ਸਤਿ ਸ਼੍ਰੀ ਅਕਾਲ ਜੀ, ਤੁਸੀਂ ਡੀਜੀਪੀ ਜੇਲ੍ਹਾਂ ਰਹੇ ਹੋ। ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਨਾਲ ਹੈ ਕਿ ਜਦੋਂ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਟ੍ਰੇਨਿੰਗ ਦੇ ਦੌਰਾਨ ਪੁਲਿਸ ਨੂੰ ਇਹ ਨਹੀਂ ਸਿਖਾਇਆ ਜਾਂਦਾ ਕਿ ਕਿਸ ਤਰ੍ਹਾਂ ਦਾ ਰਵੱਈਆ ਜਿਹੜਾ ਹੈ ਲੋਕਾਂ ਦੇ ਨਾਲ ਰੱਖਿਆ ਜਾਵੇ। ਜਿਹੜੀ ਚੀਜ਼ ਮੈਂ 30 ਵਰੇ ਪਹਿਲੇ ਸਿੱਖੀ ਹੈਗੀ ਹੈ ਸਮਾਜ ਦੇ ਉੱਤੇ ਤੇ ਜਿਹੜਾ ਦੂਜਾ ਤੰਤਰ ਹੈਗਾ ਉਹਦੇ ਜਿਹੜੇ ਇਨਫਲੂਐਂਸਸ ਮੇਰੇ ਉੱਤੇ ਹੈਗੇ ਨੇ ਉਹਨਾਂ ਦੇ ਨਾਲ ਉਹ ਟੈਂਸ਼ਨਸ ਦੇ ਨਾਲ ਉਹ ਸਮੱਸਿਆਵਾਂ ਦੇ ਨਾਲ ਕਿਸ ਤਰ੍ਹਾਂ ਕੋਪ ਅਪ ਨਹੀਂ ਕਰਨਾ ਹੈਗਾ। ਰੈਗੂਲੇਸ਼ਨ और दूसरी साड़ी 100% जवाबदेही बल्कि मैं कहूँगा गुलामगिरी पॉलिटिशियन ਜਿਹੜੇ ਕਾਲੀਆਂ ਭੇਡਾਂ ਵਿੱਚ ਰਲੀਆਂ ਜਦੋਂ ਲੋਕ ਉਹਨਾਂ ਨੂੰ ਦੇਖਦੇ ਨੇ ਲੋਕਾਂ ਨੂੰ ਆਟੋਮੈਟਿਕਲੀ ਉਹਨਾਂ ਦੇ ਧਿਆਨ 'ਚ ਆ ਜਾਂਦਾ ਕਿ ਗੱਲ ਤਾਂ ਹੁਣ ਪੈਸੇ ਤੇ ਮੁੱਕਣੀ ਹੈ। ਸਮਾਜ ਚੋਂ ਪੁਲਿਸ ਆਉਂਦੀ ਆ ਉਹਨਾਂ ਤੇ ਅਸਰ ਹੁੰਦਾ। ਆਰਮੀ ਵੀ ਤੇ ਉਸੇ ਸਮਾਜ ਚੋਂ ਆਉਂਦੀ ਆ, ਉਹ ਵੀ ਪਿੰਡਾਂ ਦੇ ਮੁੰਡੇ ਉਸੇ ਸਮਾਜ ਚੋਂ ਭਰਤੀ ਹੁੰਦੇ ਆ, ਪਰ ਉਹ ਤੇ ਇਸ ਤਰ੍ਹਾਂ ਨਹੀਂ ਕਰਦੇ। ਬਹੁਤ ਚੰਗੀ ਟ੍ਰੇਨਿੰਗ ਲੈ ਕੇ ਪੁਲਿਸ ਅਫਸਰ ਜਦੋਂ ਛੋਟੇ ਲੈਵਲ ਦੇ ਉੱਤੇ ਲੁਧਿਆਣੇ 'ਚ ਜੁਆਇਨ ਕਰਨ ਗਿਆ ਤੇ ਉਹਨੇ ਜਾ ਕੇ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ। ਉਹ ਕਹਿੰਦਾ ਨੌਜਵਾਨਾਂ ਗੱਲ ਸੁਣ ਲਾ, ਇਹ ਜਿਹੜੀ ਉੱਥੇ ਟ੍ਰੇਨਿੰਗ ਲਈ ਹੈ ਨਾ ਤੂੰ ਉੱਥੇ ਹੀ ਭੁੱਲ ਕੇ ਆ ਜਾ, ਇੱਥੇ ਕੁਝ ਸਿਸਟਮ ਹੋ ਰਿਹਾ, ਜੇ ਉਹਦੇ ਮੁਤਾਬਕ ਚੱਲੇਗਾ ਤੇ ਇੱਥੇ ਤੂੰ ਨੌਕਰੀ ਕਰ ਸਕਦਾ, ਨਹੀਂ ਤੇ ਨਹੀਂ ਕਰ ਸਕਦਾ। ਜੇ ਕੋਈ ਕੈਦੀ ਫੜ ਲਿਆ ਤਾਂ ਉਹਨੂੰ ਜਾਂ ਫੜਨ ਜਾਣਾ ਹੈ ਉਹਦੇ ਲਈ ਵੀ ਖਰਚਾ ਲੋਕਾਂ ਤੋਂ ਲੈ ਲੈਂਦੇ ਨੇ ਕਿ ਲਿਆਓ ਸਾਨੂੰ ਤੇਲ ਪਾਣੀ ਪਵਾਓ, ਕੋਈ ਸੇਵਾ ਪਾਣੀ ਕਰੋ। ਕਿ ਇਸ਼ਾਰੇ ਬੜੇ ਹੁੰਦੇ ਇਹਨਾਂ ਦੇ ਕਿ ਕੁਝ ਇਸ ਤਰੀਕੇ ਦੇ ਨਾਲ ਸਾਡੀ ਸੇਵਾ ਕਰੋ ਤੇ ਫਿਰ ਅਸੀਂ ਤੁਹਾਡੀ ਸੇਵਾ ਕਰਦੇ ਹਾਂ ਅੱਗੇ। ਮੈਨੂੰ ਲਾਅ ਛੱਡਣਾ ਪਿਆ ਕਿਉਂਕਿ ਮੈਨੂੰ ਇੱਕ ਪ੍ਰੋਫੈਸਰ ਨੇ ਕਲਾਸ ਦੇ ਵਿੱਚ ਉਹਨੇ ਮੇਰੇ ਅੱਖ 'ਚ ਚੌਕ ਮਾਰੀ, ਮੇਰੀ ਅੱਖ ਖਰਾਬ ਹੋ ਗਈ ਸੀ। 2-3 ਸਾਲ ਲੱਗ ਗਏ ਮੈਨੂੰ ਅੱਖ ਖਰਾਬ ਤੇ। ਉਹਦਾ ਕੰਪਲੇਨ ਕਰਨ ਮੈਂ ਵੀਸੀ ਨੇ ਕਿਹਾ ਤੇ ਵੀਸੀ ਨੇ ਕਿਹਾ ਹਾਲਾਂਕਿ ਆ ਵਾਸ ਇਨ ਸਰਵਿਸ, ਪਰ ਮੈਂ ਦੱਸਿਆ ਨਹੀਂ ਤੇ ਮੈਂ ਕੌਣ ਹੈਗਾ। ਵੀਸੀ ਦਾ ਆਫਿਸ ਦਾ ਨਿਕਲ ਜਾ ਇੱਥੋਂ, ਨੱਠ ਜਾ, ਵਰਨਾ ਪੈਣਗੇ ਛਿੱਤਰ ਤੈਨੂੰ। ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ, ਜਦੋਂ ਕੋਈ ਵੀਡੀਓ ਸਾਹਮਣੇ ਆ ਜਾਂਦੀ ਹੈ, ਸਭ ਤੋਂ ਪਹਿਲਾਂ ਕਾਰਵਾਈ ਕੀ ਹੁੰਦੀ ਹੈ ਕਿ ਅਸੀਂ ਜੀ ਸਸਪੈਂਡ ਕਰ ਦਿੱਤਾ। ਸਸਪੈਂਡ ਕਰਕੇ ਉਹਦੀ ਬਹਾਲੀ ਅੰਦਰ ਖਾਤੇ ਫੇਰ ਹੋ ਜਾਂਦੀ ਹੈ ਕਿਉਂਕਿ ਜਵਾਬ ਤਲਬੀ ਕੋਈ ਨਹੀਂ। ਠੀਕ ਹੈ, ਕਾਲੀ ਪੇੜਾਂ ਹੈਗੀਆਂ ਨੇ, ਪਨਿਸ਼ them, ਨੌਕਰੀ ਤੋਂ ਕੱਢ ਦੋ, ਸਸਪੈਂਸ਼ਨ ਇਜ਼ ਨੋ ਆਫੈਂਸ। ਔਰ ਜੇਲ੍ਹਾਂ ਦਾ ਇਸੇ ਗੱਲ ਦਾ ਫਾਇਦਾ ਉਠਾਉਂਦੇ ਨੇ ਜੇਲ੍ਹ ਦੇ ਕੁਝ ਕਾਲੀ ਪੇੜਾਂ ਕਰਮਚਾਰੀਆਂ ਜਿਨ੍ਹਾਂ ਨੂੰ ਸੰਰਕਸ਼ਣ ਪ੍ਰਾਪਤ ਹੈਗਾ, ਕੁਝ ਅਫਸਰਾਂ ਦਾ, ਕੁਝ ਪੋਲੀਟੀਸ਼ੀਅਨਸ ਦਾ। ਜਿਹੜੀ ਬਾਹਰ ਹਾਲਤ ਹੈਗੀ ਹੈ ਡਰੱਗ ਦੀ, ਉਹਦੇ ਤੋਂ ਕਿਤੇ ਜ਼ਿਆਦਾ ਮਾੜੀ ਹਾਲਤ ਹੈਗੀ ਹੈ ਜੇਲ੍ਹਾਂ ਦੇ ਵਿੱਚ। ਉਹਨਾਂ ਦਾ ਤੁਸੀਂ ਜਿਨ੍ਹਾਂ ਦਾ ਜੀਵਨ ਤਬਾਹ ਕਰਤਾ ਉਹ ਤੇ ਹੋਰ ਕ੍ਰਿਮੀਨਲ ਬਣ ਜਾਣਗੇ। ਬਾਹਰ ਲਿਖਣ ਦੇ ਨਾਲ ਸਮਾਜ ਸੁਧਾਰ ਨਹੀਂ ਹੋਊਗਾ। ਖੁਸ਼ਾਮਦ ਕਰਕੇ ਕਿਸ ਤਰੀਕੇ ਨਾਲ ਉਹਨੇ ਕੁਰਸੀ ਹਾਸਲ ਕੀਤੀ? ਤੁਸੀਂ ਸਮਝਦੇ ਹੋ ਕਿ ਡੀਜੀਪੀ ਦੀ ਕੁਰਸੀ ਕੋਈ ਮੈਰਿਟ ਤੇ ਮਿਲਦੀ ਹੈਗੀ ਹੈ? ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਪੰਜਾਬ ਦੇ ਵਿੱਚ ਲਾਕਡਾਊਨ ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਕਈ ਤਰ੍ਹਾਂ ਦੇ ਸਵਾਲ ਉੱਠੇ ਨੇ। ਕਿਤੇ ਪੰਜਾਬ ਪੁਲਿਸ ਡੰਡਾ ਤੰਤਰ ਦਿਖਾਉਂਦੀ ਹੈ, ਕਿਤੇ ਪੰਜਾਬ ਪੁਲਿਸ ਮਾਸਕ ਵੰਡ ਕੇ ਲੋਕਾਂ ਦੀ ਸੇਵਾ ਕਰਦੀ ਹੈ। ਫਿਰ ਕਈ ਵਾਰ ਅਜਿਹੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਜਿੱਥੋਂ ਸਵਾਲ ਪੈਦਾ ਹੁੰਦਾ ਹੈ ਕਿ ਆਖਿਰਕਾਰ ਪੰਜਾਬ ਪੁਲਿਸ ਨੂੰ ਟ੍ਰੇਨਿੰਗ ਕਿਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ, ਪੰਜਾਬ ਪੁਲਿਸ ਦੇ ਵਿੱਚ ਸੁਧਾਰ ਦੀ ਲੋੜ ਕਿਉਂ ਪੈ ਰਹੀ ਹੈ। ਇਸ ਨੂੰ ਲੈ ਕੇ ਅਸੀਂ ਇੱਕ ਡਿਸਕਸ਼ਨ ਕਰਨ ਜਾ ਰਹੇ ਹਾਂ। ਸਾਡੇ ਨਾਲ ਮੌਜੂਦ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਜੇਲ੍ਹ ਸ਼ਸ਼ੀ ਕਾਂਤ ਜੀ ਤੇ ਨਾਲ ਹੀ ਪ੍ਰੋਫੈਸਰ ਮਨਜੀਤ ਸਿੰਘ ਜੋ ਸੋਸ਼ੀਓਲੋਜੀ ਦੇ ਪ੍ਰੋਫੈਸਰ ਨੇ। ਅਸੀਂ ਉਹਨਾਂ ਤੋਂ ਜਾਣਾਂਗੇ ਕਿ ਆਖਿਰਕਾਰ ਪੰਜਾਬ ਪੁਲਿਸ ਦੇ ਰਵੱਈਏ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਸਭ ਤੋਂ ਪਹਿਲਾਂ ਸਰ ਤੁਹਾਡਾ ਸਵਾਗਤ ਕਰ ਰਹੇ ਹਾਂ D5 ਚੈਨਲ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ। ਸ਼ਸ਼ੀ ਕਾਂਤ ਜੀ, ਤੁਸੀਂ ਡੀਜੀਪੀ ਜੇਲ੍ਹਾਂ ਰਹੇ ਹੋ। ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਨਾਲ ਹੈ ਕਿ ਜਦੋਂ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਟ੍ਰੇਨਿੰਗ ਦੇ ਦੌਰਾਨ ਪੁਲਿਸ ਨੂੰ ਇਹ ਨਹੀਂ ਸਿਖਾਇਆ ਜਾਂਦਾ ਕਿ ਕਿਸ ਤਰ੍ਹਾਂ ਦਾ ਰਵੱਈਆ ਜਿਹੜਾ ਲੋਕਾਂ ਦੇ ਨਾਲ ਰੱਖਿਆ ਜਾਵੇ। ਸੁਖਵਿੰਦਰ ਜੀ, ਪਹਿਲੀ ਗੱਲ ਤੇ ਹੈਗੀ ਹੈ ਤੁਸੀਂ ਹਰ ਵਾਰੀ ਮੈਨੂੰ ਜੇਲ੍ਹਾਂ 'ਚ ਨਾ ਧੱਕਾ ਮਾਰ ਦਿਆ ਕਰੋ। ਸ਼ਸ਼ੀ ਕਾਂਤ ਜੀ ਬੋਲਦੇ ਤਾਂ ਬਥੇਰਾ ਹੈਗਾ, ਬਥੇਰੀ ਜੇਲ੍ਹਾਂ ਵੇਖ ਲਿੱਤੀਆਂ ਨੇ ਜੀ। ਅੱਛਾ, ਹੁਣ ਗੱਲ ਆਉਂਦੀ ਹੈਗੀ ਪੰਜਾਬ ਪੁਲਿਸ ਦਾ ਜਿਹੜਾ ਵਰਤਾਵਾ ਹੈਗਾ। ਦੇਖੋ, ਇਹਦੇ 'ਚ 2-3 ਗੱਲਾਂ ਹੈਗੀਆਂ ਨੇ। ਜੇ ਤੁਸੀਂ ਇੱਕ ਆਬਜੈਕਟਿਵ ਗੱਲ ਕਰੋ ਤੇ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਇਹਨੂੰ ਜਿਹੜੀ 3 ਪੈਰਾਮੀਟਰ ਤੇ ਤੁਸੀਂ ਦੇਖ ਸਕਦੇ ਹੈਗੇ ਹੋ। ਸੋਸ਼ਲ ਪੈਰਾਮੀਟਰ, ਟ੍ਰੇਨਿੰਗ ਦੇ ਪੈਰਾਮੀਟਰ ਤੇ ਜਿਹੜਾ এনवायरमेंट ਹੈਗਾ, ਜਿਹੜੀ ਐਂਬੀਐਂਸ ਹੈਗੀ ਹੈ। ਸੋਸ਼ਲ ਮੀਡੀਆ ਦੀ ਗੱਲ ਕਰੋ, ਜਿਵੇਂ ਪ੍ਰੋਫੈਸਰ ਸਾਹਿਬ ਵੀ ਕਹਿਣਗੇ ਕਿ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਹੈਗੇ ਨੇ ਉਹ ਸੋਸਾਇਟੀ ਦੇ ਵਿੱਚੋਂ ਆਉਂਦੇ ਨੇ। सोसाइटी ਦੇ ਵਿੱਚ ਜਿਹੜਾ ਹਾਲ ਹੈਗਾ ਅੱਜ ਦੀ ਤਰੀਕ ਜਿਹੜਾ ਐਂਗਰ ਹੈਗਾ ਜਿਹੜਾ ਮਿਸਮੈਨੇਜਮੈਂਟ ਹੈਗਾ ਜਿਹੜੀ ਅਫਰਾ ਤਫਰੀ ਮਚੀ ਹੈਗੀ ਹੈ ਇਹ ਜਿਹੜੇ ਪੰਜਾਬ ਪੁਲਿਸ ਦੇ ਨੌਜਵਾਨ ਹੈਗੇ ਜਿਹੜੇ ਕਿ ਉਸ ਵੇਲੇ ਬੱਚੇ ਸਨ ਔਰ ਉਸ ਸਮਾਂ ਤੋਂ ਉਹਨਾਂ ਤੋਂ ਸ਼ੁਰੂ ਤੋਂ ਲੈ ਕਰਕੇ ਜਦੋਂ ਤੱਕ ਨੌਕਰੀ ਚ ਨਹੀਂ ਆਏ ਉਸ ਸਮਾਂ ਦੇ ਵਿੱਚ ਰਹੇ
ਤੇ ਤੁਸੀਂ ਇਹ ਨਹੀਂ ਕਹਿ ਸਕਦੇ ਉਹਨਾਂ ਦਾ ਜਿਹੜਾ ਹਿਊਮਨ ਐਲੀਮੈਂਟ ਹੈਗਾ ਤੁਸੀਂ ਉਹਨੂੰ ਨਕਾਰ ਨਹੀਂ ਸਕਦੇ ਹੈਗੇ ਹੋ। ਉਹ ਸੰਸਕਾਰ ਚਾਹੇ ਗੁੱਸਾ ਹੈਗਾ ਹੈ, ਚਾਹੇ ਲਵ ਹੈਗਾ ਹੈ, ਚਾਹੇ ਹਰ ਚੀਜ਼ ਹੈਗੀ ਹੈ, ਉਹ ਉਹਦੇ 'ਚ ਉਹਨਾਂ 'ਚ ਹੈਗੀ ਹੈ। ਤੇ ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ ਕਾਫੀ ਅਫਰਾ ਤਫਰੀ ਵੀ ਮਚਾਈ ਹੈਗੀ ਹੈ, ਲੋਕਾਂ ਦੀ ਸੇਵਾ ਵੀ ਕੀਤੀ ਹੈਗੀ ਹੈ, ਤੇ ਤੁਸੀਂ ਸਿਰਫ ਇੱਕ ਪੁਲਿਸ ਤੰਤਰ ਨੂੰ ਇਸ ਗੱਲ ਤੇ ਤੁਸੀਂ ਬ੍ਰਾਂਡ ਨਹੀਂ ਕਰ ਸਕਦੇ ਕਿ ਇਹ ਚੰਗਾ ਹੈਗਾ ਮਾੜਾ ਹੈਗਾ, ਉਹਦੇ ਚੰਗੇ ਅਨਸਰ ਵੀ ਹੈਗੇ ਨੇ, ਮਾੜੇ ਅਨਸਰ ਵੀ ਹੈਗੇ ਨੇ। ਦੂਜੀ ਗੱਲ ਆਉਂਦੀ ਹੈਗੀ ਹੈ ਐਸਪੈਕਟ ਜਿਹੜਾ ਹੈਗਾ ਟ੍ਰੇਨਿੰਗ ਦੀ। ਅਨਫੋਰਚੂਨੇਟਲੀ ਟ੍ਰੇਨਿੰਗ ਜਿਹੜੀ ਹੈਗੀ ਹੈ ਬੈਡਲੀ ਲੈਕਿੰਗ। ਜਦੋਂ ਸ਼ੁਰੂ ਦਾ ਇਹਨਾਂ ਦਾ ਕੋਰਸ ਹੁੰਦਾ ਹੈਗਾ ਪੰਜਾਬ ਪੁਲਿਸ ਦਾ, ਵੱਖ-ਵੱਖ ਇਹਨਾਂ ਦੇ ਇੰਸਟੀਚਿਊਟਸ ਹੈਗੇ ਨੇ, ਜਵਾਨਾਂ ਲਈ ਵੱਖ ਹੈਗੇ ਨੇ, ਅਫਸਰਾਂ ਲਈ ਵੱਖ ਹੈਗੇ ਨੇ, ਉੱਥੇ ਇੱਕ ਵਾਰੀ ਟ੍ਰੇਨਿੰਗ ਹੋ ਜਾਂਦੀ ਹੈਗੀ ਹੈ ਤੇ ਇਹਨਾਂ ਦਾ ਸਪੈਨ ਸਾਡਾ ਨੌਕਰੀ ਦਾ ਹੁੰਦਾ ਹੈਗਾ ਮੈਕਸਿਮਮ ਅਬਾਊਟ 30-40 ਵਰੇ ਵੀ ਹੋ ਜਾਂਦਾ ਹੈਗਾ ਤੇ ਉਹਦੇ ਬਾਅਦ ਕਦੇ ਕੋਈ ਰਿਫਰੈਸ਼ਰ ਕੋਰਸ ਹੋਇਆ ਹੀ ਨਹੀਂ। ਜਿਹੜੀ ਚੀਜ਼ ਮੈਂ 30 ਵਰੇ ਪਹਿਲੇ ਸਿੱਖੀ ਹੈਗੀ ਹੈ ਸਮਾਜ ਦੇ ਉੱਤੇ ਤੇ ਜਿਹੜਾ ਦੂਜਾ ਤੰਤਰ ਹੈਗਾ ਉਹਦੇ ਜਿਹੜੇ ਇਨਫਲੂਐਂਸਸ ਮੇਰੇ ਉੱਤੇ ਹੈਗੇ ਨੇ ਉਹਨਾਂ ਦੇ ਨਾਲ, ਉਹਨਾਂ ਟੈਂਸ਼ਨਸ ਦੇ ਨਾਲ, ਉਹਨਾਂ ਸਮੱਸਿਆਵਾਂ ਦੇ ਨਾਲ ਕਿਸ ਤਰ੍ਹਾਂ ਕੋਪ ਅਪ ਨਹੀਂ ਕਰਨਾ ਹੈਗਾ। ਪ੍ਰੋਫੈਸਰ ਸਾਹਿਬ ਵੀ ਇਸ ਗੱਲ ਨੂੰ ਮੰਨਣਗੇ ਕਿ ਜ਼ਰੂਰਤ ਹੁੰਦੀ ਹੈ ਇੱਕ ਲਗਾਤਾਰ ਇਨ ਸਰਵਿਸ ਟ੍ਰੇਨਿੰਗ ਦੀ, ਜਿਹੜੀ ਕਿ ਪੰਜਾਬ ਪੁਲਿਸ 'ਚ ਤੇਲੇ ਵਰਗੀ ਵੀ ਨਹੀਂ ਹੈਗੀ ਹੈ ਪੰਜਾਬੀ ਜੇ ਗੱਲ ਕਰੀਏ। ਤੀਜੀ ਗੱਲ ਆਉਂਦੀ ਹੈ ਜੀ ਲਾਸਟ ਪੁਆਇੰਟ ਜਿਹੜਾ ਮੈਂ ਰਹਿ ਗਿਆ, ਤੀਜੀ ਗੱਲ ਆਉਂਦੀ ਹੈਗੀ ਹੈ ਐਂਬੀਐਂਸ ਐਟਮੋਸਫੀਅਰ ਦੀ। ਪੰਜਾਬ ਪੁਲਿਸ ਜਿਸ ਐਟਮੋਸਫੀਅਰ 'ਚ ਕੰਮ ਕਰਦੀ ਹੈ, ਜਿਹਦੇ 'ਚ ਮੈਂ ਵੀ ਕੰਮ ਕਰ ਚੁੱਕਿਆ ਹੈਗਾ, ਉਹਦੇ 'ਚ ਹੈਗਾ ਇੱਕ ਤੇ ਰੈਜੀਮੈਂਟੇਸ਼ਨ ਔਰ ਦੂਜੀ ਸਾਡੀ 100% ਜਵਾਬਦੇਹੀ, ਬਲਕਿ ਮੈਂ ਕਹਾਂਗਾ ਗੁਲਾਮਗਿਰੀ ਪੋਲੀਟੀਸ਼ੀਅਨਸ ਲਈ। ਉਹਦੇ 'ਚ ਕੋਈ ਪਲੈਨਿੰਗ ਨਹੀਂ ਹੈਗੀ ਹੈ ਕਿਸ ਤਰ੍ਹਾਂ ਕੀ ਕਰਨਾ ਹੈਗਾ ਹੈ। ਅਨਫੋਰਚੂਨੇਟਲੀ ਕਈ ਥਾਵਾਂ ਤੇ ਲੋਕੀ ਪੈਸੇ ਦੇ ਕੇ ਜਾਂਦੇ ਹੈਗੇ ਨੇ, ਉਹਨਾਂ ਦਾ ਆਵਰਸ ਆਫ ਡਿਊਟੀ ਬੜੇ ਲੰਬੇ ਹੈਗੇ ਨੇ, ਕਾਫੀ ਸਾਰੇ ਫੈਕਟਰਸ ਹੈਗੇ ਜਿਨ੍ਹਾਂ ਦੇ ਬਿਨਾਂ ਚਰਚਾ ਕਰਾਂਗੇ, ਪਰ ਇਸ ਸੈਗਮੈਂਟ ਦੇ ਵਿੱਚ ਮੈਂ ਸਿਰਫ ਦੋਸ਼ ਦਿਆਂਗਾ ਇੱਕ ਪੋਲੀਟੀਸ਼ੀਅਨਸ ਨੂੰ। ਜੀ ਬਿਲਕੁਲ, ਅਸੀਂ ਪ੍ਰੋਫੈਸਰ ਮਨਜੀਤ ਸਿੰਘ ਤੋਂ ਜਾਣ ਲੈਂਦੇ ਹਾਂ। ਪ੍ਰੋਫੈਸਰ ਸਾਹਿਬ ਦੇਖੋ, ਐਟਮੋਸਫੇਅਰ ਦੀ ਗੱਲ ਕਰਦੇ ਨੇ ਕਿ ਪੁਲਿਸ ਵਾਲਿਆਂ ਨੂੰ, ਪਰ ਲੋਕਾਂ ਦਾ ਨਜ਼ਰੀਆ ਜਿਹੜਾ ਉਹ ਇਹ ਬਣ ਚੁੱਕਿਆ ਨਾ, ਜਦੋਂ ਲੋਕ ਪੁਲਿਸ ਨੂੰ ਦੇਖਦੇ ਨੇ, ਹਾਲਾਂਕਿ ਕੁਝ ਪੁਲਿਸ ਵਾਲੇ ਚੰਗੇ ਵੀ ਨੇ, ਕੁਝ ਕੁ ਦੀ ਗੱਲ ਹੈ ਜਿਹੜੇ ਕਾਲੀਆਂ ਭੇਡਾਂ ਵਿੱਚ ਰਲੀਆਂ, ਜਦੋਂ ਲੋਕ ਉਹਨਾਂ ਨੂੰ ਦੇਖਦੇ ਨੇ ਲੋਕਾਂ ਨੂੰ ਆਟੋਮੈਟਿਕਲੀ ਉਹਨਾਂ ਦੇ ਧਿਆਨ 'ਚ ਆ ਜਾਂਦਾ ਕਿ ਗੱਲ ਤਾਂ ਹੁਣ ਪੈਸੇ ਤੇ ਮੁੱਕਣੀ ਹੈ, ਪੈਸਾ ਦੇਵਾਂਗੇ ਤੇ ਗੱਲ ਬਣੇਗੀ। ਜਿਵੇਂ ਸ਼ਸ਼ੀਕਾਂਤ ਜੀ ਕਹਿ ਰਹੇ ਨੇ ਕਿ ਐਟਮੋਸਫੇਅਰ ਟ੍ਰੇਨਿੰਗ ਜਿਹੜੀ ਹੈ ਉਹ 30 ਸਾਲ ਪਹਿਲਾਂ ਜਿਹੜੀ ਦੇਤੀ, ਮੁੜ ਕੇ ਕੋਈ ਟ੍ਰੇਨਿੰਗ ਦਿੱਤੀ ਨਹੀਂ ਜਾਂਦੀ। ਦੇਖੋ ਫਾਰਮਲੀ ਇਹ ਜਿਸ ਤਰੀਕੇ ਨਾਲ ਬੜੇ ਹੀ ਪਿਆਰ ਨਾਲ ਤੇ ਪਰਸੂਏਸਿਵ ਢੰਗ ਨਾਲ ਡੀਜੀਪੀ ਸਾਹਿਬ ਨੇ ਜਿਹੜੇ ਆ ਪੁਆਇੰਟ ਤਿੰਨ ਰੱਖੇ ਆ, ਪਹਿਲੇ ਦੋ ਪੁਆਇੰਟ ਮੈਂ ਇਸ ਢੰਗ ਨਾਲ ਉਹਨਾਂ ਦਾ ਜਵਾਬ ਦਿੰਦਾ ਕਿ ਜਿਸ ਸਮਾਜ ਚੋਂ ਪੁਲਿਸ ਆਉਂਦੀ ਆ ਉਹਨਾਂ ਤੇ ਅਸਰ ਹੁੰਦਾ। ਆਰਮੀ ਵੀ ਤੇ ਉਸੇ ਸਮਾਜ ਚੋਂ ਆਉਂਦੀ ਆ, ਉਹ ਵੀ ਪਿੰਡਾਂ ਦੇ ਮੁੰਡੇ ਉਸੇ ਸਮਾਜ ਚੋਂ ਭਰਤੀ ਹੁੰਦੇ ਆ, ਪਰ ਉਹ ਤੇ ਇਸ ਤਰ੍ਹਾਂ ਨਹੀਂ ਕਰਦੇ। ਨੰਬਰ 2 ਟ੍ਰੇਨਿੰਗ ਦੀ ਗੱਲ, ਮੈਂ ਟ੍ਰੇਨਿੰਗ ਦੇ ਵਿੱਚ ਆਪ ਥੋੜੇ ਬਹੁਤ ਲੈਕਚਰ ਫਲੋਰ ਕਾਲਜ ਦੇ ਵਿੱਚ ਟ੍ਰੇਨਿੰਗ ਸੈਂਟਰ ਦੇ ਵਿੱਚ ਦੇਣ ਜਾਂਦਾ ਰਿਹਾ ਆ। ਉਹਦੀ ਹਾਲਤ ਇਹ ਆ ਕਿ ਜਿੰਨੀਆਂ ਮਰਜ਼ੀ ਚੰਗੀਆਂ ਗੱਲਾਂ ਤੁਸੀਂ ਕਰ ਲਓ ਉੱਥੇ, ਜਿੰਨਾ ਮਰਜ਼ੀ ਸਮਝਾ ਲਓ, ਜੇ ਤੁਸੀਂ ਜ਼ਿਆਦਾ ਚੰਗੀਆਂ ਕਰੋਗੇ ਤਾਂ ਉਹਨਾਂ ਜ਼ਿਆਦਾ ਜਿਹੜੇ ਟ੍ਰੇਨੀਜ਼ ਹੈਗੇ ਆ, ਜਿਹੜੇ ਤੁਹਾਡੇ ਸਾਹਮਣੇ ਤੁਹਾਨੂੰ ਸੁਣ ਰਹੇ, ਉਹਨਾਂ ਸਾਹਮਣੇ ਜ਼ਿਆਦਾ ਬੇਵਕੂਫ ਲੱਗੋਗੇ। ਉਹ ਸੋਚਦੇ ਆ ਕਿ ਕਿਹੜੀਆਂ ਗੱਲਾਂ ਮਾਰ, ਇਹ ਪੋਲੀਟੀਸ਼ੀਅਨ ਵੀ ਇੰਝ ਹੀ ਕਰਦੇ ਆ। ਤੁਹਾਨੂੰ ਪੋਲੀਟੀਸ਼ੀਅਨ ਦੇ ਸਾਹਮਣੇ ਵੀ ਜੇ ਤੁਸੀਂ ਕੋਈ ਅਕਲ ਦੀ ਗੱਲ ਕਰੋਗੇ ਤਾਂ ਉਦੋਂ ਤੇ ਮਾੜਾ ਮੋਟਾ ਜਿਹਾ ਸੁਣ ਲੈਣਗੇ ਤੇ ਤੁਹਾਨੂੰ ਡਿਸਪੋਜ਼ ਆਫ ਵੀ ਜਲਦੀ ਕਰਨਗੇ, ਬਹੁਤੀ ਨਹੀਂ ਸੁਣਨਗੇ, ਔਰ ਬਾਅਦ ਵਿੱਚ ਕਹਿਣਗੇ ਇਹਦੇ ਨਾਲ ਮੂਰਖ ਕੋਈ ਹੋ ਸਕਦਾ ਕਿ ਜਿਹੜੀਆਂ ਅਕਲ ਦੀਆਂ ਗੱਲਾਂ ਸਾਨੂੰ ਦੱਸ ਰਿਹਾ, ਇਹਦਾ ਸਾਡੀ ਜ਼ਿੰਦਗੀ 'ਚ, ਸਾਡੀ ਸੱਤਾ ਦੀ ਕੋਈ ਉਹਦਾ ਮਤਲਬ ਨਹੀਂ। ਇਹੀ ਪੁਲਿਸ ਦਾ ਹਾਲ ਹੈ। ਮੈਂ ਤੁਹਾਨੂੰ ਨਿੱਕੀ ਗੱਲ ਦੱਸ ਕੇ ਇਸ ਗੱਲ ਦਾ ਥੋੜਾ ਕਹਿਣਾ ਚਾਹੁੰਦਾ। ਇੱਕ ਬਹੁਤ ਚੰਗੀ ਟ੍ਰੇਨਿੰਗ ਲੈ ਕੇ ਪੁਲਿਸ ਅਫਸਰ ਜਦੋਂ ਛੋਟੇ ਲੈਵਲ ਦੇ ਉੱਤੇ ਲੁਧਿਆਣੇ 'ਚ ਜੁਆਇਨ ਕਰਨ ਗਿਆ ਤੇ ਉਹਨੇ ਜਾ ਕੇ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ। ਉਹ ਕਹਿੰਦਾ ਨੌਜਵਾਨਾਂ ਗੱਲ ਸੁਣ ਲਾ, ਇਹ ਜਿਹੜੀ ਉੱਥੇ ਟ੍ਰੇਨਿੰਗ ਲਈ ਹੈ ਨਾ, ਤੂੰ ਉੱਥੇ ਹੀ ਭੁੱਲ ਕੇ ਆ ਜਾ, ਇੱਥੇ ਕੁਝ ਸਿਸਟਮ ਹੋ ਰਿਹਾ, ਜੇ ਉਹਦੇ ਮੁਤਾਬਕ ਚੱਲੇਗਾ ਤੇ ਇੱਥੇ ਤੂੰ ਨੌਕਰੀ ਕਰ ਸਕਦਾ, ਨਹੀਂ ਤੇ ਨਹੀਂ ਕਰ ਸਕਦਾ। ਤੇ ਉਹ ਜਿਹੜਾ ਹੋਰ ਸਿਸਟਮ ਕੀ ਆ, ਉਹ ਜਿਹੜਾ ਤੁਸੀਂ ਸੁਖਵਿੰਦਰ ਆਪ ਕਹਿ ਰਹੇ ਆ, ਉਹ ਉਹੀ ਹੈ ਕਿ ਲੁੱਟ ਖੋਹ ਕਰੋ ਤੇ ਇਹ ਕਰੋ ਤੇ ਕੁਝ ਆਪ ਖਾਓ ਤੇ ਕੁਝ ਦੂਜਿਆਂ ਨੂੰ ਖਵਾਓ। ਰਹੀ ਜਿਹੜੀ ਤੀਜੀ ਗੱਲ ਆ ਨਾ ਸੁਖਵਿੰਦਰ, ਉਹ ਸਭ ਤੋਂ ਅਹਿਮ ਗੱਲ ਆ, ਉਹ ਤੀਜੇ ਨੰਬਰ ਤੇ ਪਤਾ ਨਹੀਂ ਕਿਉਂ ਪਾਈ ਸ਼ਸ਼ੀਕਾਂਤ ਜੀ ਨੂੰ, ਉਹ ਪਹਿਲੇ ਨੰਬਰ ਤੇ ਪਾਉਣੀ ਚਾਹੀਦੀ ਆ। ਸਾਡੇ ਦੇਸ਼ ਦਾ 3% GDP ਜਿਹੜਾ ਖਰਚਾ ਉਹ ਪੁਲਿਸਿੰਗ ਤੇ ਹੁੰਦਾ। ਇਹ ਥੋੜਾ ਖਰਚਾ ਨਹੀਂ ਹੈ। ਸਾਡੇ ਕੋਲ ਹੈਲਥ ਤੇ ਉਹਦੇ ਨਾਲੋਂ ਤੀਜਾ ਹਿੱਸਾ ਖਰਚਾ ਅਸੀਂ ਕਰਦੇ ਹਾਂ, ਤੇ ਜੇ ਪੁਲਿਸ ਤੇ ਏਡਾ ਵੱਡਾ ਖਰਚਾ ਹੋ ਰਿਹਾ ਤੇ ਫਿਰ ਡਿਲੀਵਰੀ ਕੀ ਹੈ, ਲਾਅ ਐਂਡ ਆਰਡਰ ਕੀ ਹੈ? ਇਹ ਸਾਰੇ ਸਿਆਪਾ ਇੱਕੋ ਗੱਲ ਦਾ, ਕਿਉਂਕਿ ਸਾਡੀ ਪੁਲਿਸ ਫੋਰਸ ਨੂੰ ਅਨਲਾਈਕ ਫੌਜ ਦੇ ਵਿੱਚ ਜਾਂ ਹੋਰ ਸਾਡੀ ਨੇਵੀ ਜਾਂ ਹੋਰ ਵੀ ਡਿਫੈਂਸ ਫੋਰਸਿਸ ਦੇ ਵਿੱਚ ਉਹ ਆਟੋਨਮਸ ਹੈ। ਉੱਥੇ ਸਿੱਧੀ ਰਾਜਨੀਤੀ ਨਹੀਂ ਹੈ। ਉੱਪਰ ਲੈਵਲ ਤੇ ਅਪਾਇੰਟਮੈਂਟ ਤੇ ਰਾਜਨੀਤੀ, ਉਹ ਤੇ ਹੁਣ ਕੋਰਟਾਂ ਕਚਹਿਰੀਆਂ 'ਚ ਵੀ ਚਲੇਗੀ। ਤੁਸੀਂ ਜੋ ਪਿਛਲੇ CJI ਦਾ ਹਾਲ ਦੇਖਿਆ, ਕਿਵੇਂ ਜਾ ਕੇ ਮਤਲਬ ਮੂੰਹ ਬਣਾ ਕੇ ਮੁੜ ਕੇ ਰਾਜ ਸਭਾ ਦੇ ਵਿੱਚ ਬਹਿ ਗਿਆ,
ਉਹ ਜਾਨੀ ਪੀਕ ਸੀਗੀ ਕਿਸੇ ਇੰਸਟੀਟਿਊਸ਼ਨ ਦੀ ਬੇਇੱਜ਼ਤੀ ਵਾਲੀ ਗੱਲ ਦੀ। ਇਹੀ ਹਾਲਤ ਜਿਹੜਾ ਕੰਟਰੋਲ ਆ ਵੱਡੇ ਪੱਧਰ ਤੇ ਜਿਹੜਾ ਪੁਲਿਸ ਆ ਉਸ ਨੂੰ ਪੋਲੀਟੀਸ਼ੀਅਨ ਕਰਦੇ, ਉਹ ਫਿਰ ਇੱਕ ਸਿਸਟਮ ਇਹ ਬਣ ਗਿਆ, ਨਾਲੇ ਖਾਓ ਨਾਲੇ ਖਵਾਓ। ਬਿਲਕੁਲ, ਅਸੀਂ ਮਨਜੀਤ ਸਿੰਘ ਜੀ ਪੁਲਿਸ ਦੇ ਸਿਆਸੀਕਰਨ ਤੇ ਵੀ ਆਵਾਂਗੇ। ਇੱਥੇ ਤੁਸੀਂ ਗੱਲ ਕੀਤੀ ਕਿ ਇਹਨਾਂ ਨੂੰ ਜਿਹੜਾ ਪੁਲਿਸ ਦੇ ਜਿਹੜੇ ਖਰਚੇ ਬੜੇ ਨੇ, ਇਹ ਤਰਕੇ ਦੇ ਦਿੰਦੇ ਨੇ ਕਿ ਜੀ ਸਾਨੂੰ ਤਾਂ ਜੀ ਸਾਡੇ ਥਾਣਿਆਂ ਦੇ ਵਿੱਚ ਕੋਈ ਬਿਜਲੀ ਦਾ ਕੋਈ ਉੱਪਰੋਂ ਨਹੀਂ ਮਿਲਦਾ, ਸਾਨੂੰ ਉਹ ਵੀ ਪੂਰਾ ਕਰਨਾ ਪੈਂਦਾ ਹੈ। ਜੇ ਕੋਈ ਕੈਦੀ ਫੜ ਲਿਆ ਤਾਂ ਉਹਨੂੰ ਜਾਂ ਫੜਨ ਜਾਣਾ ਹੈ, ਉਹਦੇ ਲਈ ਵੀ ਖਰਚਾ ਲੋਕਾਂ ਤੋਂ ਲੈ ਲੈਂਦੇ ਨੇ ਕਿ ਲਿਆਓ ਸਾਨੂੰ ਤੇਲ ਪਾਣੀ ਪਵਾਓ, ਕੋਈ ਸੇਵਾ ਪਾਣੀ ਕਰੋ। ਇੱਕ ਇਸ਼ਾਰੇ ਬੜੇ ਹੁੰਦੇ ਇਹਨਾਂ ਦੇ ਕਿ ਕੁਝ ਇਸ ਤਰੀਕੇ ਦੇ ਨਾਲ ਸਾਡੀ ਸੇਵਾ ਕਰੋ ਤੇ ਫਿਰ ਅਸੀਂ ਤੁਹਾਡੀ ਸੇਵਾ ਕਰਦੇ ਹਾਂ ਅੱਗੇ। ਤੁਸੀਂ ਸੁਖਵਿੰਦਰ ਜੀ ਕਿਸੇ ਨੂੰ ਵੀ ਕਹਿਣਾ ਆ, ਮੈਂ ਕਈ ਵਾਰੀ ਇਹਨਾਂ ਦੇ ਕੜਿੱਕੇ 'ਚ ਫਸਿਆ ਤੇ ਬੜਾ ਮੁਸ਼ਕਲ ਛੁੱਟਿਆ ਆ। ਮੈਂ ਇਹ ਥੋੜੀ ਦੱਸਣਾ ਸੀਗਾ ਕਿ ਆ ਫਲਾਨਾ ਢਮਕਾਣਾ, ਪਰ ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈਗਾ ਕਿ ਸਿਸਟਮ ਅੰਦਰੋਂ ਟੋਟਲ ਰੌਟ ਹੋ ਚੁੱਕਾ, ਉਸ ਨੂੰ ਠੀਕ ਕਰਨ ਲਈ ਬੜਾ ਔਖਾ। ਪਰ ਮੈਂ ਇੱਕ ਸਿੰਪਥੀ ਮੇਰੀ ਆਮ ਸਿਪਾਹੀਆਂ ਨਾਲ ਜ਼ਰੂਰ ਹੈ, ਜਿਹੜੀ ਸੱਚੀ ਜੀ ਵੀ ਕਹਿ ਰਹੇ ਹੈ ਕਿ ਉਹਨਾਂ ਕੋਲੋਂ ਬਹੁਤ ਓਵਰਬਰਡਨਡ ਆ, ਬੜਾ ਕੰਮ ਲਿਆ ਜਾਂਦਾ, ਘਸਿਆਰਿਆਂ ਵਾਂਗੂ ਆਮ ਪੁਲਿਸ ਦੇ ਬੰਦੇ ਤੋਂ ਲਿਆ ਜਾਂਦਾ, ਕਿਉਂਕਿ ਉਹ ਆਪਣਾ ਗੁੱਸਾ ਅਫਸਰ ਤੇ ਨਹੀਂ ਕੱਢ ਸਕਦਾ, ਨਾ ਕਿਤੇ ਉਹਦੇ ਕੋਲੋਂ ਕੁਝ ਮੰਗ ਸਕਦਾ। ਉਹ ਫਿਰ ਆਮ ਜਨਤਾ ਤੇ ਡੰਡੇ ਵੀ ਭਰਾਉਂਦੇ ਆ ਤੇ ਉਹਨਾਂ ਨੂੰ ਚਾਰ ਉਹਨਾਂ ਦੀ ਜੇਬਾਂ ਆ ਉਹ ਵੀ ਫੋਲਦੇ ਆ। ਮੈਂ ਤੁਹਾਨੂੰ ਇੱਥੇ ਦੀ ਗੱਲ ਹੀ ਦੱਸ ਦਿੰਦਾ, ਜਿਹੜਾ ਦੁੱਧ ਦਾ ਕਰੇਟ ਮਹਾਲੀ 'ਚ ਚੁੱਕਿਆ ਪੁਲਿਸ ਵਾਲੇ ਨੇ ਤੇ ਗੱਡੀ 'ਚ ਰੱਖਿਆ, ਪਰਸੋਂ ਦੀਆਂ ਗੱਲਾਂ ਸਾਰੇ ਮੀਡੀਆ 'ਚ ਆਇਆ। ਇੱਕ ਹੋਰ ਵੀ ਮੈਨੂੰ ਇੱਥੇ ਦੁੱਧ ਵਾਲਾ ਕਹਿੰਦਾ ਮੇਰੇ ਕੋਲ 2 ਦਿਨ ਦੁੱਧ ਮੰਗਦੇ ਰਹੇ, ਅੱਜ ਮੈਂ ਨਾ ਕੀਤੀ ਹੈ ਤੇ ਕਹਿੰਦੇ ਇਸੇ ਰਸਤੇ ਵਾਪਸ ਹੋਣਾ 2 ਵਜੇ, ਤੂੰ ਦੱਸੀ ਸਹੀ ਤੂੰ ਲੰਘਦਾ ਕਿਵੇਂ ਆ। ਇਹ ਤੇ ਪੁਲਿਸ ਦੇ ਆਮ ਬੰਦੇ ਦੀ ਹਾਲਤ ਆ ਜਿਹੜਾ ਨਾਕਿਆਂ ਤੇ ਬੈਠਾ ਕਿ ਦੁੱਧ ਵੀ ਚੋਰੀ, ਸਬਜ਼ੀ ਵੀ ਚੋਰੀ ਕਰੀ ਜਾਣੀ, ਪੈਸੇ ਮੰਗੀ ਜਾਣੇ। ਇਹ ਬੜੀ ਮਾੜੀ ਗੱਲ ਹੋ ਚੁੱਕੀ ਹੈ। ਪੁਲਿਸ ਕਾਰੀ ਆ ਇਹ। ਇੱਕ ਪਾਸੇ ਡੀਜੀਪੀ ਸਾਹਿਬ ਦੇਖੋ ਮਨਜੀਤ ਸਿੰਘ ਜੀ ਪੁਲਿਸ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੁਲਿਸ ਵਾਲੇ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ, ਥਾਣਿਆਂ ਵਿੱਚ ਲਿਖਿਆ ਜਾਂਦਾ। ਸ਼ਸ਼ੀਕਾਂਤ ਜੀ, ਇਹਨੂੰ ਮਨਜੀਤ ਸਿੰਘ ਜੀ ਜੋ ਕੁਝ ਕਹਿ ਰਹੇ ਨੇ ਉਹਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤਾਂ ਹੀ ਜਿਹੜਾ ਉਹ ਚਿਹਰਾ ਬੇਨਕਾਬ ਹੁੰਦਾ, ਨਹੀਂ ਤਾਂ ਪੁਲਿਸ ਆਪਣੀ ਪਾਕ ਸਾਫ ਜਿਹੜੀ ਛਵੀ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਅਸੀਂ ਬੜੇ ਚੰਗੇ ਆ, ਪਰ ਉਹ ਗੱਲ ਬਣਦੀ ਨਹੀਂ। ਉਹ ਜਿਵੇਂ ਅੰਦਰ ਦੀ ਜਿਹੜੀ ਮਾਨਸਿਕਤਾ ਕਹਿ ਲਓ ਉਹ ਬਾਹਰ ਨਿਕਲ ਕੇ ਸਾਹਮਣੇ ਆ ਜਾਂਦੀ ਹੈ, ਚਿਹਰਾ ਇਹਨਾਂ ਦਾ ਬੇਨਕਾਬ ਫੇਰ ਹੋ ਜਾਂਦਾ। ਸੁਖਵਿੰਦਰ ਜੀ, ਮੈਂ ਪੁਲਿਸ ਦਾ ਕੋਈ ਹਮਾਇਤੀ ਇੰਨਾ ਵੱਡਾ ਨਹੀਂ ਹੈਗਾ ਜਿੰਨਾ ਉਹਨਾਂ ਨੂੰ ਕ੍ਰਿਟਿਸਾਈਜ਼ ਮੈਂ ਕਰਨਾ ਹੈ, ਸ਼ਾਇਦ ਕੋਈ ਕ੍ਰਿਟਿਸਾਈਜ਼ ਨਹੀਂ ਕਰਦਾ। ਜਿੱਥੇ ਪ੍ਰੋਫੈਸਰ ਸਾਹਿਬ ਦੀ ਗੱਲ ਹੈਗੀ ਹੈ, ਇਹਦਾ ਹੀ ਪੁਆਇੰਟ ਵਾਈਜ਼ ਜਵਾਬ ਦਿਆਂਗਾ। ਉਹਨਾਂ ਨੇ ਕਿਹਾ ਫੌਜੀ ਜਿਹੜੇ ਹੈਗੇ ਨੇ ਉਹ ਵੀ ਉਸੇ ਮਿਲੂ ਤੇ ਆਉਂਦੇ ਹੈਗੇ ਨੇ, ਪਰ ਉਹ ਜਿਹੜੇ ਹੈਗੇ ਨੇ ਰਹਿੰਦੇ ਨੇ ਆਪਣੀ ਜਿਹੜਾ ਕੈਂਟੋਨਮੈਂਟ ਹੈਗਾ ਉਹਨਾਂ ਦੀ ਚਾਰ ਦੀਵਾਰੀ ਦੇ ਵਿੱਚ, ਉਹਨਾਂ ਦਾ ਸੋਸ਼ਲ ਇੰਟਰੈਕਸ਼ਨ ਨਹੀਂ ਹੁੰਦਾ ਹੈਗਾ। ਜੋ ਥੋੜਾ ਬਹੁਤ ਸੋਸ਼ਲ ਇੰਟਰੈਕਸ਼ਨ ਕਈ ਵਾਰੀ ਹੁੰਦਾ ਹੈ ਉਹਦੇ ਵਿੱਚ ਵੀ ਆਂਦੀ ਹੈ ਉਹਨਾਂ ਨੇ ਸ਼ਰਾਬ ਦੀ ਦੁਕਾਨ ਤੇ ਜਾ ਕੇ ਪੰਗਾ ਕੀਤਾ, ਇਹ ਕੀਤਾ ਉਹ ਕੀਤਾ। ਉਹ ਜਿਹੜੇ ਹੈਗੇ ਨੇ ਟੋਟਲੀ ਸੈਗਰੀਗੇਟਡ ਹੈਗੇ ਨੇ। ਜੇ ਤੁਸੀਂ ਕਿਸੇ ਬੰਦੇ ਨੂੰ ਐਗਜ਼ਾਮਿਨ ਕਰਨਾ ਵੇਖਣਾ ਹੈਗਾ ਤੁਹਾਨੂੰ ਉਸ ਬੰਦੇ ਨੂੰ ਉਸ ਪ੍ਰੋਪਰ ਸੋਸ਼ਲ ਮਿਲੂ ਦੇ ਵਿੱਚ ਪਾਣਾ ਪਏਗਾ, ਨੰਬਰ 1। ਦੂਜੀ ਗੱਲ, ਤੁਸੀਂ ਕਰਪਸ਼ਨ ਦੀ ਕੀਤੀ ਗੱਲ, ਹਾਂ ਅਨਫੋਰਚੂਨੇਟ ਹੈਗਾ ਹੈ, ਮੰਦਭਾਗੀ ਹੈਗੀ ਹੈ। ਜਿਹੜੀ ਪੰਜਾਬੀ 'ਚ ਜਾਂ ਅੰਗਰੇਜ਼ੀ 'ਚ ਗੱਲ ਕਰ ਸਕਦੇ ਹੋ ਕਰ ਲਿਓ, ਇਟ ਕੈਨ ਨਾਟ ਬੀ, ਇਹਨੂੰ ਮਾਫ ਨਹੀਂ ਕੀਤਾ ਜਾ ਸਕਦਾ ਹੈ। ਪਰ ਇੱਥੇ ਮੈਂ ਇੱਕ ਹੋਰ ਗੱਲ ਕਹਿਣਾ ਹੈਗਾ, ਤੁਸੀਂ ਕਰਪਸ਼ਨ ਦੀ ਗੱਲ ਕੀਤੀ, ਤੁਸੀਂ ਵਿਦਆਊਟ ਜਸਟੀਫਾਈਂਗ ਕਰਪਸ਼ਨ ਮੈਂ ਕਹਿ ਰਿਹਾ ਸਮਾਜ ਦਾ ਇੱਕ ਸੈਕਸ਼ਨ ਦੇਖ ਲਓ ਜਿਹਦੇ ਵਿੱਚ ਕਰਪਸ਼ਨ ਨਹੀਂ ਹੈਗਾ। ਪੋਲੀਟੀਸ਼ੀਅਨਸ ਨਹੀਂ ਕਰਦੇ, ਅਫਸਰ ਨਹੀਂ ਕਰਦੇ, ਹੋਰ ਜਿਹੜੇ ਹੈਗੇ ਨੇ ਉਹ ਨਹੀਂ ਕਰਦੇ। ਬਾਕੀ ਕੀ ਹੁੰਦਾ ਹੈਗਾ ਆਮ ਤੌਰ ਤੇ ਜਿਹੜੀ ਡੀਲਿੰਗ ਹੁੰਦੀ ਹੈ, ਤੁਸੀਂ ਕਿਤੇ ਵੀ ਚਲੇ ਗਏ, ਚਾਹੇ ਸੇਲਸ ਟੈਕਸ ਦੇ ਵਿੱਚ, ਇੱਥੇ ਉੱਥੇ ਕਮਰੇ ਦੇ ਵਿੱਚ ਬਹਿ ਕੇ ਦੋ ਬੰਦਿਆਂ ਨੇ ਆਪਸ ਸਮਝੌਤਾ ਕੀਤਾ, ਪੈਸੇ ਦਿੱਤੇ ਲਿੱਤੇ, ਵਟ ਦੁੱਧ ਲਿੱਤਾ, ਪਾਣੀ ਲਿੱਤਾ, ਜਿਹੜਾ ਕੁਝ ਵੀ ਲਿੱਤਾ। ਇੱਥੇ ਜਿਹੜਾ ਹੈਗਾ ਹਮੇਸ਼ਾ ਆਮ ਤੌਰ ਤੇ 3 ਸੈਕਸ਼ਨ ਹੁੰਦੇ ਹੈਗੇ ਨੇ। ਦੋ ਬੰਦੇ ਜਿਹੜੇ ਵਿਚਕਾਰ ਲੜਾਈ ਹੋ ਰਹੀ ਹੈ, ਤੀਜਾ ਬੰਦਾ ਬੰਦਰ ਜਿਹੜਾ ਪੁਲਿਸ ਵਾਲਾ ਬੈਠਾ ਹੈ, ਜਿਹੜਾ ਕਿ ਬੰਦਰ ਬਾਟ ਵੇਖ ਰਿਹਾ ਕਿ ਇਸ ਪਾਸੇ ਮੈਨੂੰ ਜ਼ਿਆਦਾ ਮੈਂ ਖੋਜ ਸਕਣਾ ਹੈਗਾ। ਤੇ ਇੱਥੇ ਜਿਹੜੀ ਗੱਲ ਹੈਗੀ ਫੌਰਨ ਬਾਹਰ ਨਿਕਲ ਆਉਂਦੀ ਹੈਗੀ, ਉੱਥੇ ਜਿਹੜੀ ਗੱਲ ਹੁੰਦੀ ਹੈ ਸਾਰੀ ਘਰ ਦੇ ਵਿਚਕਾਰ ਹੁੰਦੀ ਹੈ। ਇਹ ਲੁੱਟ ਖੋਹ ਜਿਹੜੀ ਹੈਗੀ ਹੈ ਜਿਹਨੂੰ ਖੋਸਣਾ ਹੈਗਾ, ਅਨਫੋਰਚੂਨੇਟਲੀ ਇਸ ਸਮਾਜ ਦੇ ਹਰ ਸੈਕਸ਼ਨ ਦੇ ਵਿੱਚ ਹੈਗੀ ਹੈ। ਤੀਜੀ ਜਿਹੜਾ ਤੁਸੀਂ ਗੱਲ ਕੀਤੀ ਕਿ ਉਹਨਾਂ ਦਾ ਐਟੀਟਿਊਡ ਖਰਾਬ ਹੈਗਾ, ਯੈਸ ਬੜਾ ਮਾੜਾ ਹੈਗਾ ਕਈ ਵਾਰੀ, ਉਹਦੇ ਵੀ ਕਈ ਰੀਜ਼ਨਸ ਹੈਗੇ ਨੇ, ਅਸੀਂ ਗੱਲ ਕਰਾਂਗੇ ਉਹਦੇ ਬਾਰੇ। ਪਰ ਕੀ ਤੁਸੀਂ ਕਦੇ, ਮੈਨੂੰ ਨਹੀਂ ਪਤਾ ਤੁਸੀਂ ਕਦੇ ਬੱਸ ਦੇ ਵਿੱਚ ਸਫ਼ਰ ਕੀਤਾ ਕਿ ਨਹੀਂ ਕੀਤਾ? ਕੰਡਕਟਰ ਤੋਂ ਉਹਨੂੰ ਕੀ ਆਉਣਾ, ਓਏ ਉੱਥੇ ਜਾ ਕੇ ਬਹਿ ਜਾ, ਟਿਕਟ ਲੈ। ਡਾਕਟਰ ਦੇ ਕੋਲ ਜਦੋਂ ਭੀੜ ਹੁੰਦੀ ਤੁਸੀਂ ਉੱਥੇ ਗਏ ਤਾਂ ਡਾਕਟਰ ਨੇ ਕਿਹਾ ਬਾਹਰ ਨਿਕਲ ਜਾ, ਜਦੋਂ ਨੰਬਰ ਆਏਗਾ ਤਾਂ ਅੰਦਰ ਆਈ। ਅਨਫੋਰਚੂਨੇਟਲੀ ਇਹ ਸੋਸ਼ਲ ਜਿਹੜਾ ਹੈਗਾ ਇੱਕ ਇਨਟੋਲਰੈਂਸ ਜਿਹੜਾ ਹੈਗਾ ਪੁਲਿਸ ਦੇ ਵਿੱਚ ਜ਼ਿਆਦਾ ਹੈਗਾ, ਨੋ ਡਾਊਟ ਅਬਾਊਟ ਇਟ, ਬਹੁਤ ਜ਼ਿਆਦਾ ਹੈਗਾ। ਪਰ ਇਹ ਬਾਕੀ ਥਾਵਾਂ ਤੇ ਵੀ ਹੈਗਾ। ਉਹ ਹਰ ਚੀਜ਼ ਜਿਹੜੀ ਮੈਂ ਹੈਗਾ ਸਮਝਣਾ ਹੈਗਾ ਕਿ ਇੱਕ ਸੋਸ਼ਲ ਜਿਹੜਾ ਹੈਗਾ ਆਦਾਨ ਪ੍ਰਦਾਨ ਲੈਣਾ ਦੇਣਾ ਹੁੰਦਾ ਹੈਗਾ। ਅਸੀਂ ਕਈ ਵਾਰੀ ਪ੍ਰੋਫੈਸਰ ਸਾਹਿਬ ਯੂਨੀਵਰਸਿਟੀ 'ਚ ਗੱਲ ਕਰ ਰਹੇ, ਮੈਂ ਯੂਨੀਵਰਸਿਟੀ 'ਚ ਪਹਿਲੇ ਲਾਅ ਪੜ੍ਹਦਾ ਸੀ, ਮੈਨੂੰ ਲਾਅ ਛੱਡਣਾ ਪਿਆ ਕਿਉਂਕਿ ਮੈਨੂੰ ਇੱਕ ਪ੍ਰੋਫੈਸਰ ਨੇ
क्लास ਦੇ ਵਿੱਚ ਉਹਨੇ ਮੇਰੇ ਅੱਖ 'ਚ ਚੌਕ ਮਾਰੀ, ਮੇਰੀ ਅੱਖ ਖਰਾਬ ਹੋ ਗਈ ਸੀ, 2-3 ਸਾਲ ਲੱਗ ਗਏ ਮੈਨੂੰ ਅੱਖ ਖਰਾਬ 'ਚ। ਉਹਦਾ ਕੰਪਲੇਨ ਕਰਨ ਮੈਂ ਵੀਸੀ ਨੇ ਕਿਹਾ ਤੇ ਵੀਸੀ ਨੇ ਕਿਹਾ ਹਾਲਾਂਕਿ ਆਈ ਵਾਸ ਇਨ ਸਰਵਿਸ, ਪਰ ਮੈਂ ਦੱਸਿਆ ਨਹੀਂ ਸੀ ਮੈਂ ਕੌਣ ਹੈਗਾ। ਵੀਸੀ ਦਾ ਆਫਿਸ ਦਾ ਨਿਕਲ ਜਾ ਇੱਥੋਂ, ਨੱਠ ਜਾ, ਵਰਨਾ ਪੈਣਗੇ ਛਿੱਤਰ ਤੈਨੂੰ। I could have created ruckus there. Unfortunately, it's become a part of system। ਅਸੀਂ ਜੋ ਗੱਲ ਕਰਨੇ ਪੁਲਿਸ ਨੂੰ ਵੀ ਓਵਰਹਾਲ ਕਰਨ ਦੀ ਜ਼ਰੂਰਤ ਹੈਗੀ ਹੈ, ਪਰ ਜਿਹੜਾ ਸੋਸ਼ਲ ਮਿਲਿਊ ਹੈਗਾ ਉਹਨੂੰ ਵੀ ਓਵਰਹਾਲ ਕਰਨ ਦੀ ਲੋੜ ਹੈਗੀ ਹੈ। ਜੀ ਮਨਜੀਤ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਇੱਥੇ ਇੱਕ ਹੋਰ ਤੁਹਾਨੂੰ ਵੀ ਸਵਾਲ ਕਰਦਾ, ਇਹਨਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਸ਼ਸ਼ੀਕਾਂਤ ਜੀ ਦੀਆਂ। ਸਵਾਲ ਇਹ ਹੈ ਕਿ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ, ਜਦੋਂ ਕੋਈ ਵੀਡੀਓ ਸਾਹਮਣੇ ਆ ਜਾਂਦੀ ਹੈ, ਸਭ ਤੋਂ ਪਹਿਲਾਂ ਕਾਰਵਾਈ ਕੀ ਹੁੰਦੀ ਹੈ ਕਿ ਅਸੀਂ ਜੀ ਸਸਪੈਂਡ ਕਰ ਦਿੱਤਾ। ਸਸਪੈਂਡ ਕਰਕੇ ਉਹਦੀ ਬਹਾਲੀ ਅੰਦਰ ਖਾਤੇ ਫੇਰ ਹੋ ਜਾਂਦੀ ਹੈ, ਕਿਉਂਕਿ ਜਵਾਬ ਤਲਬੀ ਕੋਈ ਨਹੀਂ, ਪੁਲਿਸ ਹੀ ਪੁਲਿਸ ਦੀ ਜਾਂਚ ਕਰਦੀ ਹੈ ਤੇ ਇੱਕ ਦੂਜੇ ਦਾ ਬਚਾਅ ਕਰ ਲੈਂਦੀ ਹੈ। ਇਹਨੂੰ ਕਿੱਦਾਂ ਦੇਖਦੇ ਹੋ? ਤੁਹਾਡੇ ਸਾਹਮਣੇ ਸਮੇਤ ਸੈਂਡੀ ਦਾ ਕੇਸ ਟਿਪੀਕਲ ਆ। ਉਹ ਜੋ ਕਿਸ ਤਰੀਕੇ ਨਾਲ ਕਿਹੜਾ ਉਹਦੇ ਬਾਰੇ ਨਹੀਂ ਜਾਣਦਾ, ਸਾਰੀ ਜਨਤਾ ਜਾਣਦੀ ਹੈ। ਜੇ ਨਹੀਂ ਕੋਈ ਜਾਣਦਾ ਤੇ ਪੁਲਿਸ ਦੇ ਅੱਜ ਦੇ ਅਫਸਰ ਨਹੀਂ ਜਾਣਦੇ ਜਾਂ ਸਰਕਾਰ ਨਹੀਂ ਜਾਣਦੀ, ਜਿਹੜੇ ਉਹਨਾਂ ਨੂੰ ਲਗਾਤਾਰ ਬਚਾਉਣ ਲਈ ਲੱਗੇ ਰਹਿੰਦੇ ਆ। ਇਸ ਕਰਕੇ ਉਹ ਛੱਡ ਦਿਓ ਤੁਸੀਂ ਗੱਲਾਂ, ਉਹ ਜੱਗ ਜਾ ਰਿਹਾ। ਮੈਂ ਅੱਜ ਦੀ ਗੱਲ ਤੁਹਾਨੂੰ ਦੱਸਦਾ, 18 ਸਾਲ ਦਾ ਨੌਜਵਾਨ ਮੁੰਡਾ, ਉਹਨੇ ਸੁਸਾਈਡ ਕਰ ਲਿਆ। 18 ਸਾਲ ਦੀ ਉਮਰ ਕੀ ਹੁੰਦੀ ਹੈ, ਮਤਲਬ ਅਜੇ ਬੱਚਾ ਹੀ ਹੈਗਾ, ਹੈ ਨਾ। ਉਸ ਦੀ ਸਕੂਟੀ ਦੇ ਵਿੱਚ ਕੰਡੋਮ ਰੱਖ ਦਿੱਤੇ, ਪੈਸੇ ਮੰਗੇ ਪੁਲਿਸ ਵਾਲਿਆਂ ਨੇ, ਅੰਮ੍ਰਿਤਸਰ ਦੀ ਖਬਰ ਆ। ਉਹਨੇ ਸੁਸਾਈਡ ਕਰ ਲਿਆ। ਉਹ ਦੋਵੇਂ ਬੰਦੇ 2 ASI ਸਸਪੈਂਡ ਕਰਤੇ। ਇਹਦਾ ਮਤਲਬ ਕੀ ਆ? ਕੀ ਬੰਦਾ ਜਿਹੜੇ ਨੌਜਵਾਨ ਮੁੰਡੇ ਨੇ ਆਪਣਾ ਸੁਸਾਈਡ ਕਰ ਲਿਆ, ਉਹਦੀ ਜਾਨ ਚਲੇ ਗਈ, ਘਰ ਉੱਜੜ ਗਿਆ, ਕਿਸੇ ਦਾ ਪਿਆਰ ਲੁੱਟ ਗਿਆ, ਉਹ ਸਾਰੇ ਸਸਪੈਂਡ ਹੋਣ ਨਾਲ ਦਿੱਤੇ ਇਹ ਆ ਜੂਗੇ, ਉਹ ਵਾਪਸ ਆ ਜਾਊਗਾ। ਇਹ ਬੜੀ ਮਤਲਬ ਬੜੀ ਦੁੱਖ ਦੀ ਗੱਲ। ਮੈਂ ਅੱਜ ਦੀ ਨਹੀਂ ਗੱਲ, ਮੈਂ ਤੁਹਾਨੂੰ ਸਨ 72 ਦੀ ਗੱਲ ਦੱਸ ਦੇਣਾ। ਅਸੀਂ ਸਟੂਡੈਂਟ ਐਕਟਿਵਿਸਟ ਸੀਗੇ। ਸ਼ਸ਼ੀਕਾਂਤ ਜੀ, ਤੁਸੀਂ ਵੀ ਸਾਡੀ ਉਮਰ ਦੇ ਹੀ ਹੋਣੇ ਆ, ਉਦੋਂ ਨੌਜਵਾਨ ਹੈ, ਤਿੱਖੇ ਹੋਣੇ ਬਥੇਰੇ ਜੀ, ਬਥੇਰੇ ਜੀ ਹੋਣੇ ਚਾਹੀਦੇ ਆ ਆਪਣੀ ਯੰਗ ਉਮਰ। ਫਿਰ ਯੰਗ ਕਾਦੀ ਹੋਈ ਜੇ ਕੁਝ ਕੀਤਾ ਨਾ ਤਾਂ। ਸਾਡੇ ਤੇ DC ਜਿਹੜੇ ਬਿੰਦਰਾ ਸਾਹਿਬ ਆ, ਉਹਨਾਂ ਦੇ ਰਾਹੀਂ ਪੁਲਿਸ ਨੇ 9 ਝੂਠੇ ਕੇਸ ਫਰੇਮ ਕੀਤੇ। ਇਹਨਾਂ ਦੇ ਜੀ ਆਰਤੀ ਸਿਨੇਮੇ ਨੂੰ ਅੱਗ ਲਾਈ ਆ, ਇਹਨਾਂ ਨੇ ਹੋਸਟਲ ਦੇ ਵਿੱਚ ਛਵੀਆਂ ਇਕੱਠੀਆਂ ਕੀਤੀਆਂ, ਇਹਨਾਂ ਨੇ ਫਲਾਨੀ ਹੌਜ਼ਰੀ ਨੂੰ ਅੱਗ ਲਾਈ ਹੈ, ਫਲਾਨਾ ਟਮਕਾਣਾ, ਸਾਰੇ ਝੂਠੇ ਸੀ। ਮੈਂ ਹਾਈ ਕੋਰਟ 'ਚ, ਮੈਂ ਮੀਸਾ 'ਚ ਬੰਦ ਸੀ ਤੇ ਮੈਂ ਹਾਈ ਕੋਰਟ 'ਚ ਸਿੱਧਾ ਆ ਕੇ ਜਦੋਂ ਠੁਕਾਈ ਕੀਤੀ, ਬਿੰਦਰਾ ਵੀ ਉੱਥੇ ਸੀਗਾ, ਤੇ ਜਾਨੀ ਜੱਜਾਂ ਨੂੰ ਮੇਰੇ ਨਾਲ ਸਿੰਪਥੀ ਵੀ ਹੋਈ, ਪਰ ਮੇਰਾ ਤਿੱਖਾਪਣ ਦੇਖ ਕੇ ਦੁਬਾਰਾ ਜੇਲ੍ਹ 'ਚ ਭੇਜਤਾ ਉਹਨਾਂ ਨੇ। ਬਠਿੰਡੇ 'ਚ ਵੀ ਨਹੀਂ, ਇਹਨੂੰ ਛੱਡਣਾ ਨਹੀਂ ਚਾਹੀਦਾ, ਇਹ ਤਿੱਖਾ ਜ਼ਿਆਦਾ ਆ। ਇਸ ਕਰਕੇ ਮੈਂ ਤੁਹਾਨੂੰ ਮੋਟੇ ਤੌਰ ਤੇ ਕਹਿੰਦਾ, ਇਹ ਮੈਂ 72 ਦੀ ਗੱਲ ਕਰ ਰਿਹਾ, ਅੱਜ ਦੀ ਨਹੀਂ ਕਰ ਰਿਹਾ। ਕਿੰਨੇ ਸਾਲ ਹੋ ਗਏ? 50 ਸਾਲ ਹੋਣ ਵਾਲੇ ਆ। ਜੇ ਉਦੋਂ ਵੀ ਪੁਲਿਸ ਜਿਹੜੇ ਰਾਜਨੀਤਿਕ ਲੋਕਾਂ ਦੇ ਕਹਿਣ ਤੇ ਐਕਟਿਵਿਸਟਾਂ ਨੂੰ ਜਾਂ ਸਿਵਲ ਰਾਈਟ ਐਕਟਿਵਿਸਟਾਂ ਨੂੰ ਇੰਜ ਫਰੇਮ ਕਰਦੀ ਸੀ, ਸਰਕਾਰ ਦਾ ਸਟੂਜ ਬਣ ਕੇ ਕੰਮ ਕਰਦੀ ਸੀਗੀ, ਪ੍ਰੋਫੈਸ਼ਨਲੀ ਕੰਮ ਨਹੀਂ ਸੀ ਕਰਦੀ, ਅੱਜ ਤੇ ਹੋਰ ਵੀ ਆਵਾ ਉਤ ਗਿਆ। ਅੱਜ ਤੇ ਬਿਲਕੁਲ ਹੀ ਪੁੱਛੋ ਹੀ ਨਾ ਕਿਸੇ ਨੂੰ। ਅੱਜ ਥਾਣੇ ਤੇ ਜੇ ਕੋਈ ਵੀ ਕੇਸ ਦਰਜ ਕਰਨਾ, ਉਹ ਪਹਿਲਾਂ MLA ਨੂੰ, ਲੋਕਲ ਲਾਕੜੀ ਨੂੰ ਪੁੱਛਿਆ ਜਾਂਦਾ ਕਿ ਆਹ ਕੇਸ ਇਹਦੇ ਤੇ ਦਰਜ ਕਰ ਦਈਏ, ਫਲਾਨਾ ਬੰਦਾ ਆਇਆ, ਤੁਹਾਡਾ ਤੇ ਨਹੀਂ ਹੈਗਾ, ਪੁੱਛ ਕੇ ਕੀਤਾ ਜਾਂਦਾ। ਜੇ ਵਿਰੋਧੀ ਪਾਰਟੀ ਦਾ ਤੇ ਉਹ ਠੀਕ ਹੁੰਦਾ ਵੀ ਵਿੱਚ ਫਸਾਉਂਦੇ ਆ, 4 ਗ੍ਰਾਮ ਉੱਤੇ ਕੁਝ ਪਾ ਕੇ ਉਹਨੂੰ ਜੇਲ੍ਹ 'ਚ ਦਿਓ। ਤੇ ਦੂਸਰਾ ਯਾਰ ਤੁਹਾਡੇ ਸਾਹਮਣੇ ਆਪ MLA ਕਹਿੰਦੇ, ਜਦੋਂ ਤੁਹਾਨੂੰ ਪਿਛਲੀਆਂ ਇਲੈਕਸ਼ਨਾਂ 'ਚ ਆਇਆ ਸੀ, ਕੋਈ ਗੱਲ ਨਹੀਂ ਜੀ, ਥਾਣੇਦਾਰ ਆਪਣਾ ਆ ਗਿਆ, ਹੁਣ ਪਰਵਾਹ ਕੋਈ ਨਹੀਂ ਹੈ, ਜਿਤਨਾ ਮਰਜ਼ੀ ਤੁਸੀਂ ਵੋਟਾਂ ਪਾਇਓ, ਧੱਕੇ ਨਾਲ ਜੋ ਮਰਜ਼ੀ ਕਰਿਓ। ਇਹ ਆਪ ਔਨ ਵੀਡੀਓ, ਔਨ ਰਿਕਾਰਡ ਵਾਇਰਲ ਹੋਈਆਂ। ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਇਹ ਹੈ ਬਿਲਕੁਲ, ਇੱਥੇ ਕਈ ਵਾਰੀ ਕਈ ਸਿਆਸੀ ਲੀਡਰ ਇਹ ਵੀ ਕਹਿੰਦੇ ਨੇ ਨਾ, ਆਪਾਂ ਪਿੱਛੇ ਦੀ ਆਡੀਓ ਸੁਣੀਆਂ ਕਿ ਤੁਸੀਂ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਕੋਈ ਕਹਿੰਦਾ ਤੂੰ ਥਾਣੇਦਾਰ ਲੱਗਿਆ, ਤੂੰ ਕਿਤੇ ਰੱਬ ਤਾਂ ਨਹੀਂ ਲੱਗ ਗਿਆ। ਮਤਲਬ ਇਸ ਤਰ੍ਹਾਂ ਜਿਹੜਾ ਦਬਾਇਆ ਜਾਂਦਾ ਆ। ਪਰ ਗੱਲ ਤਾਂ ਇਹ ਹੈ ਨਾ, ਪੁਲਿਸ ਕਿਤੇ ਨਾ ਕਿਤੇ ਆਪ ਸ਼ਿਕਾਰ ਹੋ ਰਹੀ ਹੈ। ਸ਼ਸ਼ੀਕਾਂਤ ਜੀ, ਇਹਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਤੁਸੀਂ ਵੀ DGP ਰਹੇ ਹੋ, ਤੁਹਾਡੇ ਤੇ ਵੀ ਕਦੇ ਇਦਾਂ ਦਾ ਕੋਈ ਨਾ ਕੋਈ ਸਮਾਂ ਬਣਿਆ ਹੋਣਾ, ਤੁਸੀਂ ਵੀ ਦੇਖਿਆ ਹੋਣਾ ਕਿ ਪੁਲਿਸ ਆਪ ਸ਼ਿਕਾਰ ਹੋ ਜਾਂਦੀ ਹੈ ਕਈ ਵਾਰੀ ਆਪਣੀਆਂ ਗਲਤੀਆਂ ਨੂੰ ਛੁਪਾਉਣ ਦੇ ਲਈ, ਜਿਹੜਾ ਉਹ ਸਿਆਸੀ ਲੀਡਰਾਂ ਦੇ ਪੈਰਾਂ 'ਚ ਪੈਣਾ ਪੈਂਦਾ। ਦੇਖੋ, ਜਿਹੜਾ ਇਹ ਫਰਸਟ੍ਰੇਸ਼ਨ ਦੀ ਗੱਲ ਹੈਗੀ ਹੈ, ਇਹ ਇੰਡੀਡ ਹੈਗੀ ਹੈ। ਪੋਲੀਟੀਕਲ ਇੰਟਰਫੇਰੈਂਸ ਜਿਹੜਾ ਹੈਗਾ, ਇੰਡੀਡ ਹੈਗਾ ਅੰਨੇਵਾਦਾ। ਵੇ ਬੈਕ ਇਨ 1980 ਮੈਨੂੰ ਪੰਜਾਬ ਸਟੇਟ ਛੱਡ ਕੇ ਜਾਣਾ ਪਿਆ ਸੀ ਆਲਮੋਸਟ ਓਵਰਨਾਈਟ, ਕਿਉਂਕਿ ਮੈਂ ਕਿਸੇ ਪੋਲੀਟੀਸ਼ੀਅਨ ਤੇ ਕਹਿਣ ਤੇ ਕੋਈ ਮੈਂ ਗਲਤ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੈਨੂੰ ਕਿਹਾ ਸੀ ਸਟੇਟ ਛੱਡ ਕੇ ਚਲਾ ਜਾ, ਵਰਨਾ ਤੇਰੇ ਤੇ ਪਰਚੇ ਪੈ ਜਾਣਗੇ। ਤੇ ਮੈਨੂੰ ਜਿਹੜਾ ਵਨਵਾਸ ਮਿਲਿਆ ਸੀ, 10 ਵਰੇ ਮੈਂ ਬਾਹਰ ਰਿਹਾ ਸੀ। ਪਰ ਉਹ ਕਹਿੰਦੇ ਨਾ ਕਿ ਕੁੱਬੇ ਨੂੰ ਜਿਹੜੀ ਲੱਤ ਹੈਗੀ, ਜਿਹੜੀ ਰਾਤ ਆ ਗਈ, ਦੈਟ ਵਾਸ ਦ ਬੈਸਟ ਪੀਰੀਅਡ ਆਫ ਮਾਈ ਲਾਈਫ। ਮੈਂ ਲੋਕੀ ਜਿਹੜੇ ਹੈਗੇ ਨੇ, ਆਮ ਤੌਰ ਤੇ ਪੁਲਿਸ ਵਾਲੇ, ਫਰਸਟ੍ਰੇਸ਼ਨ ਸਾਰਿਆਂ ਨੂੰ ਹੁੰਦਾ ਹੈਗਾ, ਉਹ ਫਰਸਟ੍ਰੇਸ਼ਨ ਆਪਣਾ ਕੱਢਦੇ ਹੈਗੇ ਨੇ ਅਨਫੋਰਚੂਨੇਟਲੀ ਲੋਕਾਂ ਦੇ। ਮੇਰਾ ਫਰਸਟ੍ਰੇਸ਼ਨ ਮੈਨੂੰ ਵੀ ਹੁੰਦਾ ਸੀ, ਮੈਂ ਆਪਣਾ ਫਰਸਟ੍ਰੇਸ਼ਨ ਕੱਟਿਆ ਪੋਲੀਟੀਸ਼ੀਅਨਸ ਨੇ। ਜਿਹੜੇ ਕਈ ਪੋਲੀਟੀਸ਼ੀਅਨ ਮੇਰੇ ਕੋਲੋਂ ਕੁੱਟੇ ਗਏ, ਇਸੇ ਕਰੇ ਕੁੱਟੇ ਗਏ, ਉਹਨਾਂ ਨੇ ਬਦਤਮੀਜ਼ੀ ਕੀਤੀ, ਠੀਕ ਹੈਗਾ। ਮੈਂ ਹਿੱਟ ਬੈਕ ਕਰ ਗਿਆ। ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਦੀ ਗੱਲ ਕਰ ਰਹੇ, ਉਹਨਾਂ ਦੇ ਵਿੱਚ ਉਹ ਸਟ੍ਰੀਕ ਹੈਗਾ, ਮੇਰੇ ਵਿਚਕਾਰ ਵੀ ਉਹ ਸਟ੍ਰੀਕ ਹੈਗਾ। ਇੱਕ ਮੰਤਰੀ ਮੈਨੂੰ ਕਹਿੰਦਾ ਹੈਗਾ ਕਿ ਤੂੰ DGP ਹੋਏਗਾ, ਆਪਣੇ ਘਰ ਦਾ ਹੋਏਗਾ, ਮੈਂ ਤੇ ਇਹ ਜੇ ਮੇਰਾ ਜੂਤਾ ਜਿਹੜਾ ਹੈਗਾ, ਇਹਦੇ ਥੱਲੇ ਜਿਹੜਾ ਮਸਲ ਦਿੰਦੇ ਹੈਗੇ,
मैं क्या साढ़े तू जूते देना मसलदा है, मैं छित्र कट के मारना, तेन इत्थे ही मारना है। वो कॉप जो पंजाब सिविल सैकटरीएट ते रौला पांदा नठिया सी कॉरीडोर दे विच। तो ये सिस्टम इज रॉटन। टाइम मैं कह रहा है कि पुलिस माड़ी हैगी है, इंडीड बहुत माड़ी हैगी है, ट्रेनिंग नहीं, एवरीथिंग इज देयर, पर तुसी सुधार कित्थों लियाओगे? बिल्कुल बिल्कुल, सवाल यही है कि सुधार कितना होएगा, तुसी दिओ कोई सुझाव कि कितना सुधार हो सकता है। उन प्रोफेसर साहब ने किया कि जाके उन्होंने दसो तुसी इस तरह करो, उन्होंने हंसना है, मूर्ख आ गया, कितना महामूर्ख आ गया है। व्हाट इज टू बी डन? शुरुआत होनी चाहिए हैगी ਇਹਦੇ ਚ, नो डाउट ਉੱਥੇ ਤੇ ਹੈਗਾ ਉਹਨਾਂ ਦਾ ਜਿਹੜਾ ਐਟਮੋਸਫੀਅਰ ਹੈਗਾ, ਪਹਿਲੇ ਉੱਥੇ ਤੇ ਸੁਧਾਰ ਕਰੋ। ਲੰਡਨ ਦੀ ਮੈਟਰੋਪੋਲੀਟਨ ਪੁਲਿਸ ਦੇ ਬਾਰੇ ਜਾਣਦੇ ਹੋਣੇ ਨੇ ਸਰਦਾਰ ਮਨਜੀਤ ਸਿੰਘ, ਉਹਦਾ ਰੂਪ ਇੰਨਾ ਚੰਗਾ ਕਿਉਂ ਹੈਗਾ? ਅਮਰੀਕਾ ਦਾ ਚੰਗਾ ਕਿਉਂ ਨਹੀਂ ਹੈਗਾ? ਪਿਛਲੇ 2014 ਤੋਂ ਲੈ ਕਰਕੇ ਹੁਣ ਤੱਕ ਚਾਹੇ ਪਤਾ ਨਹੀਂ ਕਿੰਨੇ 5-6,000 ਬੰਦੇ ਉਹਨਾਂ ਨੇ ਮਾਰ ਛੱਡੇ ਹੈਗੇ ਨੇ। ਹਿਊਮਨ ਰਾਈਟਸ ਦੇ ਨਾਲ ਐਕਟਿਵਿਸਟ ਦੀ ਗੱਲ ਕਰੋ, ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟਸ ਵੇਖੋ, ਇੰਡੀਆ ਦੇ ਵਿੱਚ ਅੰਨੇ ਵਾਅਦਾ ਹੋ ਰਿਹਾ ਹੈ। ਜੇ ਸੁਖਵਿੰਦਰ ਸਿੰਘ ਇਹ ਕੰਮ ਨਹੀਂ ਕਰਦੇ ਹੈਗੇ, ਸੋ ਮੈਨੂੰ ਫੋਨ ਆਏਗਾ ਜਦੋਂ ਨੌਕਰੀ ਚ ਹੁੰਦਾ, ਉਹ ਸੁਖਵਿੰਦਰ ਸਿੰਘ ਨੂੰ ਸ਼ਾਮ ਤੱਕ ਅੰਦਰ ਕਰ ਦਿਓ। ਅਬ ਕੀ ਚਾਰਜ ਲਾਵਾਂ? ਚਾਹੇ ਉਹਨਾਂ ਦੇ ਸਰਦਾਰ ਸੁਖਵਿੰਦਰ ਸਿੰਘ ਦੀ ਗੱਡੀ ਦੇ ਵਿੱਚ ਮੈਂ ਕੰਡੋਮ ਪਾਵਾਂ, ਚਾਹੇ ਚਿੱਟਾ ਪਾਵਾਂ, ਚਾਹੇ ਕਾਲਾ ਪਾਵਾਂ, ਚਾਹੇ ਕੁਝ ਪਾਵਾਂ। ਯੈਸ, ਇਹ ਸਾਰੀ ਪ੍ਰੋਬਲਮਸ ਹੈਗੀਆਂ ਨੇ। ਜਦੋਂ ਅਸੀਂ ਗੱਲ ਕਰਨੀ ਹੈਗੀ, ਠੀਕ ਹੈ, ਕਾਲੀ ਪੇੜਾ ਹੈਗੀਆਂ ਨੇ, ਪਨਿਸ਼ them, ਨੌਕਰੀ ਤੋਂ ਕੱਢ ਦੋ। ਸਸਪੈਂਸ਼ਨ ਇਜ਼ ਨੋ ਆਫੈਂਸ, ਨੋ ਪਨਿਸ਼ਮੈਂਟ। ਸਾਡੇ ਪੁਲਿਸ ਵਿੱਚ ਕਹਿੰਦੇ ਹੈਗੇ ਆ ਸਸਪੈਂਸ਼ਨ ਜਿਹੜਾ ਹੈਗਾ, ਇਟ ਇਜ਼ ਨੋ ਪਨਿਸ਼ਮੈਂਟ, ਇਟ ਇਜ਼ ਜਸਟ ਅ ਸਮਾਲ ਲਿਟਲ ਪੀਰੀਅਡ ਬਿਫੋਰ ਇਨਕੁਆਇਰੀ ਹੁੰਦੀ ਹੈ। ਇਨਕੁਆਇਰੀ ਦੇ ਬਾਅਦ ਹੀ ਉਹਨੂੰ ਮੇਜਰ ਜਾਂ ਮਾਈਨਰ ਪਨਿਸ਼ਮੈਂਟ ਮਿਲਦਾ ਹੈ। ਅਸੀਂ ਸਸਪੈਂਸ਼ਨ ਨੂੰ ਪਨਿਸ਼ਮੈਂਟ ਬਿਲਕੁਲ, ਲੋਕਾਂ ਦੀ ਆਈ ਵਾਸ਼ ਹੁੰਦੀ ਹੈ ਕਿ ਲੋਕਾਂ ਦੇ ਵਿੱਚ ਇੱਕ ਚਲਾ ਜਾਂਦਾ ਸੁਨੇਹਾ ਕਿ ਜੀ ਅਸੀਂ ਕਾਰਵਾਈ ਕਰਤੀ, ਕਾਰਵਾਈ ਦਾ ਨਾਮ ਦਿੱਤਾ ਜਾਂਦਾ ਸਸਪੈਂਸ਼ਨ ਦੇ ਨਾਂ ਤੇ। ਯੈਸ, ਅਲਟੀਮੇਟ ਡਿਸੀਜਨ ਉਹਦੇ ਚ ਵੀ ਪੋਲੀਟੀਕਲ ਹੁੰਦਾ। ਜੇ ਬੰਦਾ ਸਸਪੈਂਡ ਹੋ ਗਿਆ, ਜਾਂ ਕਿਸੇ ਪੋਲੀਟੀਸ਼ੀਅਨ ਦੇ ਗੋਡੇ ਫੜ ਲਏ, ਅਫਸਰ ਦੇ ਗੋਡੇ ਫੜ ਲਏ, ਬਚ ਜਾਏਗਾ। ਜੇ ਨਹੀਂ ਕੀਤੇ ਆ, ਪੈਸੇ ਨਹੀਂ ਦਿੱਤੇ ਆ, ਗੋਡੇ ਨਹੀਂ ਫੜੇ, ਤਾਂ ਠੀਕ ਹੈ, ਮਾਰੋ ਸਾਲੇ ਜਾ ਕੇ, ਉਹਨੂੰ ਮੇਜਰ ਪਨਿਸ਼ਮੈਂਟ ਦਿਓ, ਮੇਜਰ ਪੈਨਲਟੀ ਦਿਓ, ਜਿਹੜੀ ਦੇਣੀ ਹੈ ਤੁਸੀਂ ਦਿਓ। ਮਨਜੀਤ ਸਿੰਘ ਜੀ, ਤੁਸੀਂ ਕੀ ਸਮਝਦੇ ਹੋ ਕਿ ਕਿੱਦਾਂ ਸੁਧਾਰ ਹੋ ਸਕਦਾ? ਦੇਖੋ, ਪਹਿਲੀ ਗੱਲ ਤੇ ਹੈ ਕਿ ਕਾਨੂੰਨ ਜਿਹੜੇ ਆ ਉਹ ਬਿਲਕੁਲ ਅਪਗ੍ਰੇਡ ਹੋਣੇ ਚਾਹੀਦੇ ਆ। ਤੁਸੀਂ ਤੁਹਾਨੂੰ ਹੈਰਾਨੀ ਹੋਊਗੀ ਕਿ 1857 ਦੀ ਜਿਹਨੂੰ ਮਿਊਟਨੀ ਕਹਿੰਦੇ ਆ ਜਾਂ ਫਸਟ ਵਾਰ ਆਫ ਇੰਡੀਪੈਂਡੈਂਸ ਹੈਗੀ ਹੈ, ਉਹਦੇ ਰਿਸਪੌਂਸ ਵਿੱਚ ਜਿਹੜਾ ਪੁਲਿਸ ਦਾ ਐਕਟ 1861 ਚ IPC 1862 ਚ ਪੁਲਿਸ ਐਕਟ ਬਣਿਆ ਸੀ, ਉਹ ਅਜੇ ਤੱਕ ਚੱਲੀ ਜਾਂਦਾ, 150 ਸਾਲ ਤੋਂ ਉੱਪਰ ਹੋ ਗਿਆ ਹੈ। ਪਹਿਲੀ ਤਾਂ ਗੱਲ ਹੈ, ਉਹ ਸਾਰਾ ਕੂੜਾ ਪਹਿਲਾਂ ਇੱਕ ਪਾਸੇ ਸੁੱਟ ਦਿਓ। ਔਰ ਅੱਜ ਦੀ ਮਤਲਬ ਦੇਖੋ, ਅੰਗਰੇਜ਼ਾਂ ਨੇ ਉਹ ਸਾਨੂੰ ਦਬਾਉਣ ਲਈ ਇਹ ਵੱਡੇ ਪੱਧਰ ਤੇ ਉਸ ਕਿਸਮ ਦੇ ਕਾਇਦੇ ਕਾਨੂੰਨ ਬਣਾਏ ਸੀ, ਉਹ ਛੱਡ ਦਿਓ, ਸਾਰਾ ਪਿੱਛੇ ਰਹਿ ਗਿਆ। ਸਮਾਜ ਬਹੁਤ ਅੱਗੇ ਚਲੇ ਗਿਆ। ਠੀਕ ਹੈ, ਸੱਚੀਕਾਂਤ ਜੀ ਦੀ ਸਾਡੀ ਇਹ ਰਗ ਇਸੇ ਗੱਲ ਤੇ ਰਲਦੀ ਹੈ ਨਾ ਕਿ ਦੋਵੇਂ ਥੋੜੇ ਜਿਹੇ ਸੱਚਾਈ ਨੂੰ, ਸੱਚ ਜਿੰਨਾ ਕੁ ਵੀ ਬਣਦਾ ਅਸੀਂ ਕਹਿਣ ਲਈ ਕੋਸ਼ਿਸ਼ ਤੇ ਘੱਟੋ ਘੱਟ ਜ਼ਰੂਰ ਕਰਦੇ ਹਾਂ, ਕੋਈ ਅਸੀਂ ਆਪਣੇ ਆਪ ਨੂੰ ਉਹ ਨਹੀਂ ਸਮਝਦੇ। ਉਸੇ ਕਰਕੇ ਹੈ ਕਿ ਅੱਜ ਵੀ ਮਾੜਾ ਮੋਟਾ ਜੇ ਸਮਾਜ ਦੇ ਵਿੱਚ ਇਹੋ ਜਿਹੀ ਗੱਲ ਦੀ ਚਰਚਾ ਹੋ ਰਹੀ, ਨਹੀਂ ਤੇ ਕੋਈ ਚਰਚਾ ਕਰਨੀ ਵੀ ਨਹੀਂ ਚਾਹੁੰਦਾ। ਹਾਲਤ ਇਹ ਬਣੀ ਹੈ। ਦੂਜੀ ਗੱਲ ਹੈ ਜੀ, ਤੁਸੀਂ ਇੰਡੀਪੈਂਡੈਂਸ ਦਾ ਦੇਖ ਲਓ ਕਿ 6 ਵਾਰੀ ਪੁਲਿਸ ਕਮਿਸ਼ਨ ਬਣ ਗਏ, ਉਹ ਰਿਪੋਰਟਾਂ ਸਰਕਾਰ ਨੇ ਬਣਾਉਣੀਆਂ, ਇਹੋ ਜਿਹਾ ਰੌਲਾ ਪੈ ਜਾਂਦਾ, ਚੰਗਾ ਜੀ ਕਮਿਸ਼ਨ ਬਣਾ ਦਿੰਦੇ, ਕਮਿਸ਼ਨ ਬੈਠ ਜਾਂਦਾ, ਫਿਰ ਉਹਦੀ ਰਿਪੋਰਟ ਆ ਜਾਂਦੀ ਆ, ਮੋਏ ਪੁੱਛਦੇ ਹੋ ਰਿਪੋਰਟਾਂ ਉੱਥੇ ਜਾ ਕੇ ਪਈਆਂ ਹੋਈਆਂ, ਕੋਈ ਉਹਨੂੰ ਲਾਗੂ ਨਹੀਂ ਕਰਦਾ, ਕੀ ਰეკਮੈਂਡੇਸ਼ਨ ਪੜ੍ਹਦਾ ਨਹੀਂ। ਕਾਰਨ ਉਹਦਾ ਇਹ ਹੈ ਕਿਉਂਕਿ ਉਹ ਪੋਲੀਟੀਸ਼ੀਅਨਾਂ ਨੂੰ ਸੂਟ ਨਹੀਂ ਕਰਦਾ। ਇਹਦਾ ਮਤਲਬ ਅਲਟੀਮੇਟਲੀ ਇਹਦਾ ਰਿਜ਼ਲਟ ਇਹ ਹੈ ਕਿ ਜਦ ਤੱਕ ਸਾਡੇ ਸਿਵਲ ਰਾਈਟਸ ਮੂਵਮੈਂਟਸ ਤਕੜੀਆਂ ਨਹੀਂ ਹੁੰਦੀਆਂ, ਪੋਲੀਟੀਕਲ ਲੋਕਾਂ ਨੂੰ ਇਹਨਾਂ ਨੂੰ ਬੈਰਕਾਂ ਚ ਨਹੀਂ ਵਾਪਸ ਭੇਜਦੇ। ਅਸਲ ਵਿੱਚ ਸਭ ਤੋਂ ਵੱਧ ਜੇ ਕੋਈ ਸਮਾਜ ਦਾ ਨੁਕਸਾਨ ਕਰ ਰਹੇ ਆ, ਉਹ ਜਿਨ੍ਹਾਂ ਨੂੰ ਅਸੀਂ ਚੁਣ ਕੇ ਬਾਰ-ਬਾਰ ਭੇਜਦੇ, ਉਹ ਜਮਾਤ ਨੇ ਪੂਰੇ ਚਾਰੇ ਪਾਸੇ ਧਾਂਦਲੀ ਮਚਾਈ ਆ। ਬਿਊਰੋਕ੍ਰੇਸੀ ਨੂੰ ਕਰਪਟ ਕਰਤਾ, ਪੁਲਿਸ ਨੂੰ ਕਰਪਟ ਕਰਤਾ, ਪੰਚਾਇਤਾਂ ਤੱਕ ਕਰਪਟ ਕਰਨ ਦੀ ਕੋਸ਼ਿਸ਼ ਕਰਦੇ ਆ। ਜਿਹੜੇ ਇਧਰ ਉਧਰ ਦੇ ਆਪਣੇ ਲਾਡਲਿਆਂ ਨੂੰ, ਚਹੇਤਿਆਂ ਨੂੰ ਤੁਸੀਂ ਚੈੱਕ ਦੇ ਕੇ ਵੰਡ ਕੇ ਕਈ ਕੁਛ ਚੱਲਦਾ। ਮੈਂ ਕਿਸੇ ਨੂੰ ਉਹ ਪੁਆਇੰਟ ਆਊਟ ਨਹੀਂ ਕਰਨਾ ਚਾਹੁੰਦਾ। ਉਹ ਕਰਪਸ਼ਨ ਦੇ ਵਿੱਚ ਜਦੋਂ ਆਪਾਂ ਥੋੜਾ ਬਹੁਤ ਲਾਲਚ ਕਰਕੇ ਸਾਰਾ ਜਦੋਂ ਕਰਦੇ ਆ ਸੁਖਵਿੰਦਰ, ਤੇ ਅਲਟੀਮੇਟਲੀ ਅਸੀਂ ਹੀ ਮਰਦੇ ਆ, ਸਮਾਜ ਹੀ ਮਰਦਾ, ਸਾਡਾ ਮੂੰਹ ਵੀ ਜਿਹੜਾ ਸਾਡਾ ਚਿਹਰਾ ਦਾਗੀ ਹੋ ਜਾਂਦਾ, ਅਸੀਂ ਫਿਰ ਕੋਈ ਗੱਲ ਕਰਨ ਜੋਗੇ ਵੀ ਨਹੀਂ ਰਹਿੰਦੇ। ਸਵਾਲ ਇਹ ਕਿ ਥੱਲਿਓਂ ਜਿਹੜੇ ਚੰਗੇ ਬੰਦੇ ਆ, ਸੱਚੀਕਾਂਤ ਜੀ ਵਰਗੇ ਹੋਰ ਇਹੋ ਜਿਹੇ ਬੰਦੇ, ਉਹ ਸਾਰੇ ਇਕੱਠੇ ਹੋ ਕੇ ਇੱਕ ਸਿਵਲ ਰਾਈਟ ਮੂਵਮੈਂਟ ਜਿਵੇਂ ਜਾਰਜ ਫਲਾਇਡ ਵੇਲੇ ਵਾਲੀ ਜਾਂ ਹੋਰ ਕਿਸਮ ਦੀ ਚੱਲ ਰਹੀ ਹੈ ਨਾ, ਹੁਣ ਕਿੰਨੇ ਚਿਰ ਤੁਸੀਂ ਕਿਸੇ ਨੂੰ ਦਬਾਈ ਜਾਓਗੇ। ਉਹ ਇਹਨਾਂ ਰਾਜਨੀਤਿਕ ਲੋਕਾਂ ਦੇ ਖੰਭ ਕੱਟਣ ਥੋੜੇ, ਔਰ ਪੁਲਿਸ ਨੂੰ ਇੱਕ ਪ੍ਰੋਫੈਸ਼ਨਲੀ ਇਹਨਾਂ ਦਾ ਆਪਣਾ ਕਮਿਸ਼ਨ ਹੋਏ ਜਿਨ੍ਹਾਂ ਨੂੰ ਇਹ ਜਵਾਬਦੇਹੀ ਹੋਵੇ। ਜਿਸ ਤਰ੍ਹਾਂ ਆਰਮੀ ਟੋਟਲੀ ਆਟੋਨਮਸ ਹੈ, ਮੇਰਾ ਮਤਲਬ ਆਰਮੀ
ਜਿਹੜੀ ਆ ਠੀਕ ਹੈ ਅਲਟੀਮੇਟ ਜਿਹੜਾ ਆ ਭਾਵੇਂ ਉਹ ਰਾਸ਼ਟਰਪਤੀ ਹੋਵੇ ਜਾਂ ਪ੍ਰਾਈਮ ਮਿਨਿਸਟਰ ਹੋਵੇ ਉਹ ਇਨਫਲੂਐਂਸ ਡਿਸੀਜਨ ਨੂੰ ਕਰਦੇ ਆ ਪਰ ਉਹਨਾਂ ਦੀ ਡੇ ਟੂ ਡੇ ਫੰਕਸ਼ਨਿੰਗ ਵਿੱਚ ਕੋਈ ਇਹੋ ਜਿਹੀ ਇੰਟਰਫੀਰੈਂਸ ਨਹੀਂ ਆ ਉਹ ਉਹਨਾਂ ਦੀ ਇਸ ਕਿਸਮ ਦੀ ਪ੍ਰੋਫੈਸ਼ਨਲਿਜ਼ਮ ਹੋਣਾ ਚਾਹੀਦਾ ਆ ਇਹ ਨਹੀਂ ਮੈਂ ਕਹਿੰਦਾ ਕਿ ਪੁਲਿਸ ਦੀ ਜਿਹੜੀ ਹੈ ਜਵਾਬਦੇਹੀ ਨਾ ਹੋਵੇ ਰਾਜਨੀਤਿਕ ਚੁਣੇ ਹੋਏ ਲੋਕਾਂ ਨੂੰ ਹੋਵੇ ਪਰ ਉਹ ਉਹਨਾਂ ਰਾਹੀਂ ਇਸਤੇਮਾਲ ਨਾ ਹੋਣ ਉਹ ਨੋ ਕਹਿ ਸਕਣ ਜਿਵੇਂ ਡੀਜੀਪੀ ਸਾਹਿਬ ਨੇ ਜਿਨ੍ਹਾਂ ਨੂੰ ਨੋ ਕਹਿਣਾ ਸੀ ਕਿਹਾ ਇਹ ਪੁਲਿਸ ਨੋ ਕਹੇ ਕਿ ਅਸੀਂ ਕਾਨੂੰਨ ਦੇ ਰਾਖੇ ਆ ਧਾਨ ਦੇ ਤਹਿਤ ਸਹੁੰ ਖਾ ਕੇ ਜਿਹੜੇ ਆ ਅਸੀਂ ਕੰਮ ਕਰ ਰਹੇ ਹਾਂ ਅਸੀਂ ਕਾਨੂੰਨ ਦੀਆਂ ਧੱਜੀਆਂ ਨਹੀਂ ਉਡਾ ਸਕਦੇ ਜੇ ਦੇਖੋ ਲੋਕਾਂ ਦੀ ਜਦੋਂ ਕੋਈ ਵੀ ਭਾਰੀ ਪੈਂਦੀ ਹੈ ਸੁਖਵਿੰਦਰ ਜੀ ਤਾਂ ਉਹ ਕਿੱਥੇ ਜਾਣਗੇ ਜੇ ਕੱਲ ਨੂੰ ਪੁਲਿਸ ਵੀ ਕੁੱਟਦੀ ਹੈ ਤੇ ਕਿਹਦੇ ਕੋਲ ਜਾਣਗੇ ਉਹ ਪੁਲਿਸ ਕੋਲ ਹੀ ਜਾਣਗੇ ਕਿ ਸਾਡਾ ਦੇਖੋ ਜੀ ਪੁਲਿਸ ਨੇ ਸਾਡੇ ਨਾਲ ਕੀਤਾ ਉਸ ਵੱਡੇ ਅਫਸਰ ਕੋਲ ਚਲੇ ਜਾਣਗੇ ਉੱਥੇ ਇਸ ਕਰਕੇ ਪੁਲਿਸ ਦਾ ਜਿਹੜੀ ਕੋਈ ਗਲਤੀ ਕਰਨੀ ਉਹਦੇ 'ਚ ਕਮੀ ਹੋਣੀ ਇਹਦਾ ਮਤਲਬ ਸਾਰੇ ਸਮਾਜ ਨੂੰ ਹੀ ਪੱਠਾ ਬੈਠ ਜਾਣਾ ਕਿਉਂਕਿ ਕੋਈ ਨਹੀਂ ਸੁਣਵਾਈ ਹੋਊਗੀ ਔਰ ਇਹਦੇ ਰਾਜਨੀਤਿਕ ਭਿਆਨ ਤੇ ਨਤੀਜੇ ਅਮਰੀਕਾ ਵਾਂਗੂ ਜਿਸ ਤਰ੍ਹਾਂ ਉੱਥੇ ਚੱਲ ਰਹੀਆਂ ਮੂਵਮੈਂਟ ਇਹ ਨਿਕਲ ਸਕਦੇ ਆ ਕੋਈ ਵੱਡੀ ਗੱਲ ਨਹੀਂ ਇਸ ਲਈ ਇਹ ਹਾਈ ਟਾਈਮ ਆ ਕਿ ਆਪਾਂ ਕਾਨੂੰਨ ਵੀ ਬਦਲੀਏ ਪੁਲਿਸ ਨੂੰ ਰਾਜਨੀਤਿਕ ਲੋਕਾਂ ਤੋਂ ਮੁਕਤ ਕਰਾ ਕੇ ਇੱਕ ਪ੍ਰੋਫੈਸ਼ਨਲ ਲੋਕਾਂ ਦੇ ਤਹਿਤ ਭਾਵੇਂ ਉਹ ਕਮਿਸ਼ਨ ਹੋਵੇ ਕੁਛ ਹੋਵੇ ਉਹਦੇ ਥੱਲੇ ਕੰਮ ਕਰਨ ਰਿਲੇਟਿਵ ਆਟੋਨੋਮੀ ਜਿਹਨੂੰ ਕਹਿੰਦੇ ਉਹ ਉਹਨਾਂ ਦੀ ਹੋਵੇ ਤਾਂ ਹੀ ਇਹਦੇ 'ਚ ਕੁਝ ਨਾ ਕੁਝ ਸੁਧਾਰ ਹੋ ਸਕਦੇ ਪਰ ਪੁਲਿਸ ਵਾਲੇ ਵੀ ਖੁਦ ਕਿਉਂਕਿ ਉਹਨਾਂ ਦੀਆਂ ਆਦਤਾਂ ਇੰਨੀਆਂ ਵਿਗਾੜਤੀਆਂ ਉਹ ਨਹੀਂ ਚਾਹੁੰਦੇ ਕਿ ਉਸ ਕਿਸਮ ਦਾ ਉਹਨਾਂ ਨੂੰ ਪ੍ਰੋਫੈਸ਼ਨਲਿਜ਼ਮ ਆਏ ਫਿਰ ਉਹਨਾਂ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਠੀਕ ਹੋਣੀਆਂ ਚਾਹੀਦੀਆਂ ਪ੍ਰੋਪਰ ਉਹਨਾਂ ਨੂੰ ਪੈਟਰੋਲ ਚੋਰੀ ਨਾ ਕਰਨਾ ਪਏ ਪ੍ਰੋਪਰ ਪੈਟਰੋਲ ਮਿਲੇ ਪ੍ਰੋਪਰ ਹਥਿਆਰ ਮਿਲਣ ਪ੍ਰੋਪਰ ਟ੍ਰੇਨਿੰਗ ਮਿਲੇ ਪ੍ਰੋਪਰ ਗੱਡੀਆਂ ਮਿਲਣ ਵੈਲ ਇਕਵਿਪਡ ਡੰਡਿਆਂ ਨਾਲ ਨਹੀਂ ਪੁਲਿਸ ਚੱਲਦੀ ਅੱਜ ਕੱਲ ਦਾ ਨਵਾਂ ਆਈਟੀ ਮਤਲਬ ਇੰਨੀ ਆਈਸੀਟੀ ਵਧਿਆ ਆ ਉਹ ਸਾਰੇ ਦੀ ਉਹਨਾਂ ਦੀ ਪ੍ਰੋਪਰ ਟ੍ਰੇਨਿੰਗ ਹੋਵੇ ਤਾਂ ਜਾ ਕੇ ਕੁਝ ਸੁਧਾਰ ਹੋ ਸਕਦੇ ਸੁਖਵਿੰਦਰ ਜੀ ਜੀ ਬਿਲਕੁਲ ਸ਼ਸ਼ੀਕਾਂਤ ਜੀ ਇੱਕ ਹੋਰ ਦੱਸੋ ਕਿ ਤੁਸੀਂ ਜੇਲ੍ਹਾਂ ਦੇ ਵਿੱਚ ਵੀ ਬੜਾ ਕੰਮ ਕੀਤਾ ਤੁਸੀਂ ਦੇਖਿਆ ਕਿ ਜੇਲ੍ਹਾਂ ਦੇ ਵਿੱਚੋਂ ਬੜਾ ਕੁਝ ਬਰਾਮਦ ਹੋ ਜਾਂਦਾ ਜਦੋਂ ਪਹਿਲਾਂ ਆਪਾਂ ਪੁਲਿਸ ਦੀ ਗੱਲ ਕਰੀਏ ਕਿ ਜਦੋਂ ਕਿਸੇ ਨੂੰ ਫੜ ਲਿਆ ਤਾਂ ਕਈ ਵਾਰੀ ਆਪਣੇ ਪੱਲਿਓਂ ਵੀ ਕਹਿ ਦਿੰਦੇ ਨੇ ਕਿ ਹਥਿਆਰ ਵੀ ਪਾ ਦਿੱਤੇ ਜਾਂਦੇ ਨੇ ਲੋਕਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਆਪਣੇ ਪੱਲਿਓਂ ਹਥਿਆਰ ਕਿੱਥੋਂ ਪਾ ਦਿੰਦੀ ਹੈ ਕਿੱਥੋਂ ਅਸਲਾ ਪੂਰਾ ਕਰ ਦਿੰਦੀ ਹੈ ਬਿਨਾਂ ਗੱਲ ਦੇ ਉਹਨਾਂ ਨੂੰ ਫਸਾ ਦਿੱਤਾ ਜਾਂਦਾ ਹੈ ਦੂਜੀ ਗੱਲ ਜੇਲ੍ਹਾਂ ਦੇ ਵਿੱਚ ਮੋਬਾਈਲ ਅੱਜ ਵੀ ਮਿਲਦੇ ਨੇ ਪਹਿਲਾਂ ਵੀ ਮਿਲਦੇ ਸੀ ਇਹਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ ਹੈ ਕਿਉਂਕਿ ਉੱਥੇ ਵੀ ਰਿਸ਼ਵਤਖੋਰੀ ਚੱਲਦੀ ਹੈ ਉੱਥੇ ਵੀ ਜੇ ਕੋਈ 5-10 ਦੀ ਚੀਜ਼ ਹੈ ਤਾਂ ਉਹ 5-5000 5-500 ਚ ਮਿਲਦੀ ਹੈ ਇਹਨੂੰ ਸਾਰੇ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ ਦੇਖੋ ਮੈਂ ਗੱਲ ਆਪਣੀ ਸ਼ੁਰੂ ਕਰਨਾ ਚਾਹਾਂਗਾ ਇਸ ਸੈਗਮੈਂਟ ਦੇ ਵਿੱਚ ਫੇਰ ਸਟਾਰ ਮਨਜੀਤ ਸਿੰਘ ਤੇ ਉਹਨਾਂ ਨੇ ਜਿਹੜੀ ਗੱਲ ਕਹੀ ਬਿਲਕੁਲ ਠੀਕ ਗੱਲ ਕਹੀ ਇੱਕ ਮੂਵਮੈਂਟ ਦੀ ਲੋੜ ਹੈਗੀ ਹੈ ਅਬ ਦੇਖੋ ਇੱਕ ਜ਼ਮਾਨਾ ਸੀ ਸਾਡੇ ਮੁਲਕ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਸੀ ਇੱਕ ਕਮਿਸ਼ਨ ਬਣਿਆ ਸੀ PUCL ਦਾ ਉਹਨਾਂ ਨੇ ਕਾਫੀ ਪੀਪਲਸ ਕਮਿਸ਼ਨ ਬਣਾ ਕੇ ਇਨਕੁਆਰੀਆਂ ਕੀਤੀਆਂ ਉਹਦੇ ਨਾਲ ਜੁਡੀਸ਼ਰੀ ਵੀ ਹਿਲ ਗਈ ਸੀ ਸਰਕਾਰਾਂ ਵੀ ਹਿਲ ਗਈਆਂ ਸਨ ਤੇ ਸਾਰੇ ਇੱਕ ਤਰੀਕੇ ਨਾਲ ਰਾਹ ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿਉਂਕਿ ਉਹਦਾ ਡਰ ਸੀ ਉਹਨਾਂ ਦਾ ਨਾਂ ਸੀ ਉਨ ਕਮਿਸ਼ਨਸ ਦਾ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਬਾਈਬਲ ਕਲਾਂ ਅੱਜ ਤੱਕ ਰੌਲਾ ਪੈ ਰਿਹਾ ਹੈਗਾ ਜਿਹੜਾ ਉਹਦੇ 'ਚ ਪੀਪਲਸ ਕਮਿਸ਼ਨ ਬਣਿਆ ਸੀ ਜਸਟਿਸ ਕਾਰਜੂ ਵਾਲਾ ਜਿਹਦੇ 'ਚ ਮੈਂ ਵੀ ਸੀ ਉਹਦੀ ਰਿਪੋਰਟ ਜਿਹੜੀ ਸੀ ਅਨਫੋਰਚੂਨੇਟਲੀ ਨਾ ਇਸ ਪੱਲੇ ਗਈ ਨਾ ਉਸ ਪੱਲੇ ਗਈ that was an independent report ਮੁਲਕ ਦੇ ਵਿੱਚ ਜੇ ਤੁਸੀਂ ਸੁਧਾਰ ਚਾਹਣਾ ਚਾਹੁੰਦੇ ਹੈਗੇ ਹੋ ਚਾਹੇ ਪੰਜਾਬ ਪੁਲਿਸ ਦਾ ਹੈਗਾ ਚਾਹੇ ਪੋਲੀਟੀਸ਼ੀਅਨਸ ਦਾ ਹੈਗਾ ਚਾਹੇ ਕੋਈ ਹੈਗਾ ਇਸ ਤਰ੍ਹਾਂ ਦੇ ਮੂਵਮੈਂਟ ਦੀ ਲੋੜ ਹੈਗੀ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਪੀਪਲਸ ਕਮਿਸ਼ਨ ਹੈਗੇ ਨੇ ਉਹਨਾਂ ਨੂੰ ਇੱਕ ਲੀਗਲ ਸੈਂਕਟਿਟੀ ਮਿਲਣੀ ਚਾਹੀਦੀ ਹੈਗੀ ਹੈ ਕਿ ਇਹ ਜਿਹੜਾ ਨਿਰਪੱਖ ਕਮਿਸ਼ਨ ਹੈਗੇ ਨੇ ਉਹਨਾਂ ਦੀ ਰਿਪੋਰਟ ਦੀ ਜਿਹੜੀ ਮਾਨਤਾ ਹੋਣੀ ਚਾਹੀਦੀ ਹੈਗੀ ਕੋਰਟਾਂ ਦੇ ਵੱਲੋਂ ਵੀ ਹੋਣੀ ਚਾਹੀਦੀ ਹੈਗੀ ਤੇ ਲੀਗਲ ਸੈਂਕਟਿਟੀ ਇਜ਼ ਰਿਕੁਆਇਰਡ ਜਦੋਂ ਤੱਕ ਕੋਈ ਡੰਡੇ ਦਾ ਡਰ ਨਹੀਂ ਹੁੰਦਾ ਹੈਗਾ ਰੀਅਲ ਡੰਡਾ ਨਹੀਂ ਹੁੰਦਾ ਇੱਕ ਡੰਡਾ ਹੁੰਦਾ ਰੀਅਲ ਇੱਕ ਹੁੰਦਾ ਵਰਚੁਅਲ ਜਿਹਨੂੰ ਅਸੀਂ ਕਹਿੰਦੇ ਡੈਮੋਕਲਿਸ ਸੋਰਡ ਸਿਰ ਤੇ ਲਟਕੀ ਹੋਈ ਹੈ ਪੀਪਲਸ ਕਮਿਸ਼ਨ ਦੀ ਉਹਨੇ ਕੀ ਕੁਝ ਐਡਵਾਈਸ ਰਿਪੋਰਟ ਕਰ ਦਿੱਤੀ ਤਾਂ ਕੋਰਟ ਨੇ ਵੀ ਗੱਲ ਸੁਣਨੀ ਹੈ ਉਹਦੀ ਲੋੜ ਹੈਗੀ ਹੈ ਹੁਣ ਮੈਂ ਗੱਲ ਆਵਾਂਗਾ ਤਾਂ ਤੁਸੀਂ ਜਿਹੜੀ ਗੱਲ ਕੀਤੀ ਅਨਫੋਰਚੂਨੇਟਲੀ ਸੀ ਮੈਂ ਤੁਹਾਨੂੰ ਇੱਕ ਗੱਲ ਪੁੱਛਾਂਗਾ ਪਿਛਲੇ ਦਿਨ ਲੋਕਡਾਊਨ ਸੀ ਇਹਦਾ ਓਨੈਸਟਲੀ ਜਵਾਬ ਦੇਣਾ ਤੁਹਾਡਾ ਆਪਣਾ ਦਿਮਾਗੀ ਸਿਚੁਏਸ਼ਨ ਸੰਤੁਲਨ ਕਿਵੇਂ ਸੀ ਤੁਹਾਡਾ ਤੁਸੀਂ ਕੀ ਸੋਚਦੇ ਸੀ ਵਰ ਯੂ ਫਰਸਟ੍ਰੇਟਡ ਵਰ ਯੂ ਹੈਪੀ ਦੱਸੋ ਸਰਦਾਰ ਮਨਜੀਤ ਸਿੰਘ ਸਰਦਾਰ ਸੁਖਵਿੰਦਰ ਜੀ ਦੱਸੋ ਦੇਖੋ ਅਸੀਂ ਤਾਂ ਕੀ ਸੋਚਣਾ ਅਸੀਂ ਤਾਂ ਬਿਲਕੁਲ ਮਤਲਬ ਕਿ ਇੱਕ ਹਾਰਡ ਵਰਕ ਦੇ ਵਾਂਗੂ ਅਸੀਂ ਤਾਂ ਕੰਮ ਕਰਦੇ ਰਹੇ ਹਾਂ ਅਸੀਂ ਤਾਂ ਕਦੇ ਕੋਈ ਨੈਗੇਟਿਵਿਟੀ ਨੇੜੇ ਆਉਣ ਹੀ ਨਹੀਂ ਨਾ ਦਿੱਤੀ ਆਮ ਤੌਰ ਤੇ ਐਵਰੀਬਾਡੀ ਵਾਸ ਫਰਸਟ੍ਰੇਟਡ ਚਾਹੇ ਲੇਡੀਜ਼ ਹੈਗੀਆਂ ਨੇ ਚਾਹੇ ਕੋਈ ਵੀ ਹੈਗੀ ਹੈ ਉਹੀ ਗੱਲ ਇੱਕ ਵੱਡੇ ਸਤਰ ਤੇ ਤੁਸੀਂ ਸਮਝੋ ਜੇਲ੍ਹ ਦੇ ਵਿੱਚ ਇੱਥੇ ਅਸੀਂ 3 ਮਹੀਨੇ 'ਚ ਸਾਡਾ ਬੁੱਧੀ ਜਿਹੜੀ ਹੈਗੀ ਹੈ ਭ੍ਰਸ਼ਟ ਹੋਣੀ ਸ਼ੁਰੂ ਹੋ ਗਈ ਸੀ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਗਏ ਹੈਗੇ ਉਹਨਾਂ ਦਾ ਕੀ ਹਾਲ ਹੁੰਦਾ ਹੈਗਾ ਥਿੰਕ ਫਰਮ ਸਾਈਕੋਲੋਜੀਕਲ ਪੁਆਇੰਟ ਆਫ ਵਿਊ ਔਰ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਅਨਫੋਰਚੂਨੇਟਲੀ ਬੰਦੇ ਦੀ ਟੈਂਡੈਂਸੀ ਹੁੰਦੀ ਹੈ ਨਸ਼ੇ ਵੱਲ ਨੱਠਣ ਦੀ ਚਾਹੇ ਕੁਝ ਵੀ ਮਿਲੇ
ਔਰ ਜੇਲ੍ਹਾਂ ਦਾ ਇਸੇ ਗੱਲ ਦਾ ਫਾਇਦਾ ਉਠਾਉਂਦੇ ਨੇ ਜੇਲ੍ਹ ਦੇ ਕੁਝ ਕਾਲੀ ਪੇੜਾ ਕਰਮਚਾਰੀਆਂ, ਜਿਨ੍ਹਾਂ ਨੂੰ ਸੰਰਕਸ਼ਣ ਪ੍ਰਾਪਤ ਹੈਗਾ, ਕੁਝ ਅਫਸਰਾਂ ਦਾ, ਕੁਝ ਪੋਲੀਟੀਸ਼ੀਅਨਸ ਦਾ। ਜਿਹੜੀ ਬਾਹਰ ਹਾਲਤ ਹੈਗੀ ਹੈ ਡਰੱਗਸ ਦੀ, ਉਹਦੇ ਤੋਂ ਕਿਤੇ ਜ਼ਿਆਦਾ ਮਾੜੀ ਹਾਲਤ ਹੈਗੀ ਹੈ ਜੇਲ੍ਹਾਂ ਦੇ ਵਿੱਚ। ਹਰ ਚੀਜ਼ ਅਵੇਲੇਬਲ ਹੈਗੀ ਹੈ, ਮਿਲ ਜਾਂਦੀ ਹੈ, ਪਰ ਚूंकि ਤਾਂ ਕਰੰਸੀ ਨਹੀਂ ਹੈਗੀ ਹੈ, ਉੱਥੇ ਫੈਸਿਲਿਟੀ ਮਿਲ ਜਾਂਦੀ, ਉਹਦੀ ਉਗਰਾਹੀ ਹੁੰਦੀ ਹੈ ਬਾਹਰ ਉਹਦੇ ਪਰਿਵਾਰਾਂ ਦੇ ਕੋਲੋਂ। ਤਾਂ ਬੇਸਿਕਲੀ ਅਗੇਂਸਟ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ, ਬਿਕਮ ਅ ਵਿਸ਼ੀਅਸ ਸਰਕਲ। ਇਹਨੂੰ ਕਿਸ ਤਰ੍ਹਾਂ ਭੰਨਿਆ ਜਾਏ? ਇਹਨੂੰ ਭੰਨਣ ਦਾ ਸਿਰਫ ਇੱਕੋ ਹੀ ਰਾਹ ਹੈਗੀ ਹੈ, ਅਸ ਵੈਰੀ ਸਟਰੋਂਗ ਪੋਲੀਟੀਕਲ ਮੂਵਮੈਂਟ ਜਿਹੜੇ 'ਚ ਹੈਗਾ ਸਿਵਲ ਲਿਬਰਟੀਜ਼ ਦਾ, NGOs ਦਾ, ਜਿਨ੍ਹਾਂ ਨੂੰ ਇੱਕ ਮਾਨਤਾ ਹੋਣੀ ਚਾਹੀਦੀ ਹੈਗੀ ਕਾਨੂੰਨ ਦੇ ਵਿੱਚ ਸੁਧਾਰ ਹੋਏ ਕਿ ਇਸ ਤਰ੍ਹਾਂ ਦੇ ਕਮਿਸ਼ਨ ਜਿਹੜੇ ਹੈਗੇ ਨੇ ਐਸਟੈਬਲਿਸ਼ਡ ਕਮਿਸ਼ਨ ਲਾਈਕ PUCL, ਲਾਈਕ ਕਾਟਜੂ ਕਮਿਸ਼ਨ ਐਟਸੈਟਰਾ, ਤਾਂ ਹੀ ਸੁਧਾਰ ਹੋ ਸਕਦਾ, ਚਾਹੇ ਜੇਲ੍ਹਾਂ ਦੇ ਅੰਦਰ ਹੈਗਾ, ਚਾਹੇ ਜੇਲ੍ਹਾਂ ਦੇ ਬਾਹਰ ਹੈਗਾ, ਵਰਨਾ ਗੱਲਾਂ ਜਿਹੜੀ ਹੈਗੀ ਰੋੜਦੀ ਜਾਣਗੀਆਂ। ਮਨਜੀਤ ਸਿੰਘ ਜੀ, ਇੱਥੇ ਦੇਖੋ ਇਹ ਕਹਿ ਰਹੇ ਨੇ ਕਿ ਸੁਧਾਰ ਇਦਾਂ ਕਮਿਸ਼ਨ ਬਣਾ ਕੇ ਹੋ ਸਕਦਾ, ਪਰ ਗੱਲ ਤਾਂ ਉਹੀ ਆ ਗਈ ਨਾ ਕਿ ਜਦੋਂ ਮੂੰਹ ਨੂੰ ਖੂਨ ਲੱਗਿਆ ਹੋਵੇ ਤੇ ਕਿੱਦਾਂ ਸੁਧਾਰ ਹੋ ਸਕਦਾ ਹੈ। ਪੁਲਿਸ ਦੇ ਉੱਤੇ ਸਵਾਲ ਉੱਠਦੇ ਨੇ ਕਿ ਇੱਕ ਸਿਪਾਹੀ ਕਰੋੜਪਤੀ ਬਣ ਜਾਂਦਾ ਹੈ। ਕਈ ਸਿਪਾਹੀ ਇਹੋ ਜਿਹੇ ਨੇ ਜਿਹੜੇ ਕਰੋੜਪਤੀ ਤੱਕ, ਹੌਲਦਾਰ, SHO ਤੱਕ, ਜਿਹੜੇ ਉਹਨਾਂ ਦੀ ਜਾਇਦਾਦਾਂ ਦੀ ਜੇਕਰ ਜਾਂਚ ਕਰ ਲਈ ਜਾਵੇ, ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਸਾਰਾ ਕੱਚਾ ਚਿੱਠਾ ਬਾਹਰ ਆ ਜਾਏਗਾ, ਬਾਕੀ ਅਧਿਕਾਰੀ ਵੀ ਡਰ ਜਾਣਗੇ? ਨਹੀਂ ਤੇ ਕੱਲਾ ਪੁਲਿਸ ਨੂੰ ਕੋ ਕਹਿੰਦੇ ਆ, ਜਿਹੜੇ ਇਹਨਾਂ ਦੇ ਉੱਪਰ ਜਿਹੜੇ ਇਹਨਾਂ ਦੇ ਸਰਪ੍ਰਸਤ ਹੈਗੇ ਉਹਨਾਂ ਦੇ ਕਿੰਨੇ ਬਣ ਗਏ, ਉਹ ਕਿਉਂ ਨਹੀਂ ਗੱਲ ਕਰਦੇ? ਤੇ ਇਹ ਕਿਉਂ ਨਾ ਬਣਾਉਣ ਪਈ? ਮਤਲਬ ਇਹ ਸਵਾਲ ਨਹੀਂ ਹੈਗਾ। ਜੇ ਇਹ ਤੇ ਫਿਰ ਵਗਦੀ, ਜਦੋਂ ਸਾਰੇ ਤੁਸੀਂ ਖੁੱਲੀ ਖੇਡ ਖੇਡਣੀ ਹੈ ਤੇ ਜਿਹਦਾ ਜਿੱਥੇ ਜਿੰਨਾ ਦਾ ਲੱਗੂਗਾ, ਜਿਹਦਾ ਦੁੱਧ ਚੁੱਕਣ ਜੋਗਾ ਲੱਗੂਗਾ ਉਹ ਦੁੱਧ ਚੁੱਕੂਗਾ, ਜਿਹਦਾ ਕਿਸੇ ਦੀ ਬਿਲਡਿੰਗ ਤੇ ਕਬਜ਼ਾ ਕਰਨਾ ਉਹ ਬਿਲਡਿੰਗ ਤੇ ਕਰੂਗਾ, ਜਿਹਨੇ ਟੋਟਲੀ ਰੇਤਾ ਬਜਰੀ ਤੇ ਕਰਨਾ, ਪੂਰੇ ਪੰਜਾਬ ਤੇ ਕਰਨਾ, ਉਹ ਪੂਰੇ ਪੰਜਾਬ ਤੇ ਕਰ ਲੂਗਾ। ਉਹ ਜਿਹੜੀ ਜਿਹਦਾ ਜਿੱਥੇ ਦਾ ਲੱਗੂਗਾ ਉਹਦਾ ਉੱਥੇ ਹੀ ਹੋਊਗਾ। ਇਹ ਛਕਣ ਚਕਾਉਣ ਵਾਲੀ ਗੱਲ ਆ ਗਈ ਨਾ ਕਿ ਕੁਝ ਤੂੰ ਛਕ ਲੈ, ਕੁਝ ਸਾਨੂੰ ਛਕਾ ਦੇ ਤੇ ਬਸ ਚੱਲੀ ਚੱਲੋ। ਬਿਲਕੁਲ 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 ਤੁਸੀਂ ਸੁਖਵਿੰਦਰ ਜੀ, ਇਸੇ ਕਰਕੇ ਮੈਂ ਕਹਿਣਾ ਨਾ ਕਿ ਜਦ ਤੱਕ ਇਹ ਜਿਹੜੀਆਂ ਜਿਸ ਕੰਮ ਲਈ ਚੀਜ਼ਾਂ ਨਿਯੁਕਤ ਹੋਈਆਂ ਆ, ਜਿਹੜੇ ਲੈਜਿਸਲੇਚਰਸ ਹੈਗੇ ਆ, ਉਹ ਕਾਨੂੰਨ ਬਣਾਉਣ ਲਈ ਹੈਗੇ ਆ, ਉਹ ਚੰਗੇ ਕਾਨੂੰਨ ਬਣਾਉਣ, ਉਹ ਤੇ ਗੱਲ ਕਰਦੇ ਨਹੀਂ, ਅਸੈਂਬਲੀ 'ਚ ਤੇ ਬਹਿੰਦੇ ਹੀ ਨਹੀਂ, ਉਹ ਤੇ ਹੋਰ ਹੀ ਕੁਝ ਕੰਮਾਂ 'ਚ ਲੱਗੇ ਰਹਿੰਦੇ। ਜਿੱਥੇ ਸਾਰੀ ਹਰ ਚੀਜ਼ ਦੀ ਬਹਿਸ ਹੋਣੀ ਚਾਹੀਦੀ ਆ। ਹੁਣ 3 ਆਰਡੀਨੈਂਸ ਆਏ ਆ, ਕਿੰਨੇ ਘਾਤਕ ਆ ਕਿਸਾਨੀ ਲਈ ਆਰਡੀਨੈਂਸ। ਵਿਰੋਧੀ ਪਾਰਟੀਆਂ ਵੀ ਮੰਗ ਕਰ ਰਹੀਆਂ ਕਿ ਇਹਦੇ ਲਈ ਅਸੈਂਬਲੀ ਬੁਲਾਓ, ਕੋਈ ਨਹੀਂ ਗੱਲ ਕਰਨੀ ਚਾਹੁੰਦਾ, ਕਿਉਂਕਿ ਉਹਨਾਂ ਦਾ ਇੰਟਰਸਟ ਹੀ ਨਹੀਂ ਹੈ, ਲੋਕਾਂ ਦੇ ਹਿੱਤ 'ਚ ਉਹਨਾਂ ਦਾ ਇੰਟਰਸਟ ਹੀ ਨਹੀਂ। ਕਿਸਾਨੀ ਜਾਏ ਟੱਟੇ ਖੂਚ, ਕੱਲ ਨੂੰ ਅਸੀਂ 4 ਪੈਸੇ ਵੰਡ ਕੇ ਵੋਟਾਂ ਖਰੀਦ ਲਾਂਗੇ। ਇਸ ਕਿਸਮ ਦਾ ਜਿਹੜਾ ਕੰਮ ਸਾਰਾ ਜਦੋਂ ਮਾਨਸਿਕਤਾ ਹੋਊਗੀ, ਇਹਨੂੰ ਸੋਧਣ ਲਈ ਥੱਲਿਓਂ ਜਦ ਤੱਕ ਲੋਕ ਜਿਹੜੇ ਵਿਕਟਮ ਹੈਗੇ ਇਸ ਸਿਸਟਮ ਦੇ, ਉਹ ਆਪ ਨਹੀਂ ਆਪਣੀ ਆਵਾਜ਼ ਇੱਕ ਆਵਾਜ਼ ਹੋ ਕੇ ਅੱਗੇ ਨਹੀਂ ਆਉਂਦੇ, ਕੋਈ ਕਿਸੇ ਦਾ ਸੁਧਾਰ ਨਹੀਂ ਹੋਣ ਵਾਲਾ। ਪਰ ਮੈਂ ਜੇਲ੍ਹਾਂ ਬਾਰੇ ਜ਼ਰੂਰ ਗੱਲ ਕਹੂੰਗਾ ਵੀ ਫੋਨ ਅੰਦਰ ਕਿਉਂ ਨਾ ਹੋਣ। ਸਵਾਲ ਇਹ ਕਿਉਂਕਿ ਤੁਸੀਂ ਜੇਲ੍ਹ ਦੇ ਬੁੱਕ ਦੇ ਵਿੱਚ ਲਿਖਤਾ ਹੈ, ਲੌਗ ਬੁੱਕ ਉਹਦੇ ਵਿੱਚ ਲਿਖਤਾ, ਕਾਨੂੰਨ 'ਚ ਲਿਖਤਾ, ਜੇਲ੍ਹ ਦੇ ਰੂਲਸ ਵਿੱਚ ਲਿਖਤਾ, ਇਸ ਕਰਕੇ ਨਾ ਹੋਣ। ਇਹ ਗੱਲ ਕੁਝ ਨਹੀਂ ਹੈਗੀ। ਸਵਾਲ ਇਹ ਹੈ ਕਿ ਜਿਹੜੇ ਅੱਜ ਕਿੰਨੇ ਬੰਦੇ, ਮੇਰਾ ਖਿਆਲ 30,000 ਤੋਂ ਉੱਪਰ ਮੁੰਡੇ ਜਿਨ੍ਹਾਂ ਦਾ ਅਸਲ 'ਚ ਨਸ਼ਿਆਂ ਦੇ ਵਿਕਟਮ ਆ, ਉਹ ਕੋਈ ਸਮਗਲਰ ਨਹੀਂ ਹੈਗੇ, ਫੜ ਕੇ ਅੰਦਰ ਦਿੱਤੇ ਹੋਏ ਆ ਤੁਸੀਂ। ਉਹ ਅੰਦਰ ਜਾ ਕੇ ਸੁਧਰਨਗੇ ਕਿ ਜੇ ਅੰਦਰ ਜਾ ਕੇ ਵਿਗੜਨਗੇ? ਉਹਨਾਂ ਦਾ ਤੁਸੀਂ ਜਿਨ੍ਹਾਂ ਦਾ ਜੀਵਨ ਤਬਾਹ ਕਰਤਾ, ਉਹ ਤੇ ਹੋਰ ਕ੍ਰਿਮੀਨਲ ਬਣ ਜਾਣਗੇ। ਬਾਹਰ ਲਿਖਣ ਦੇ ਨਾਲ ਸਮਾਜ ਸੁਧਾਰ ਨਹੀਂ ਹੋਊਗਾ। ਇਹ ਸੁਧਾਰ ਜਿਹੜਾ ਘਰ ਲਿਖ ਦਿੱਤਾ ਜੇਲ੍ਹ ਦੇ ਬਾਹਰ, ਸੁਧਾਰ ਘਰ ਲਿਖਣ ਲਈ ਨਹੀਂ, ਉਹ ਕਾਨੂੰਨ ਬਦਲੋ, ਉਹਨਾਂ ਦਾ ਤੌਰ ਤਰੀਕੇ ਬਦਲੋ। ਉਹਨਾਂ ਨੂੰ ਤੁਸੀਂ ਭੇਡਾਂ ਵਾਂਗੂ ਅੰਦਰ ਤੂੜ ਕੇ ਰੱਖਦੇ ਆ, ਕੋਈ ਉਹਨਾਂ ਦੀ ਕੁੱਟ ਮਾਰ ਸਾਰਾ ਕੁਝ। ਅੱਛਾ, ਜਿਹੜੇ ਬਾਹਰੋਂ ਵੱਡੇ ਬਦਮਾਸ਼ ਜਾਂਦੇ ਉਹ ਅੰਦਰ ਵੀ ਉੱਡੇ ਹੀ ਵੱਡੇ ਬਦਮਾਸ਼ ਆ। ਜਿਹੜੇ ਬਾਹਰੋਂ ਵਿਚਾਰੇ ਗਰੀਬ ਜੇਬ ਕਤਰੇ ਜਾਂਦੇ ਆ, ਉਹ ਅੰਦਰ ਵੀ ਉਹਨੇ ਹੀ ਵਲਨਰੇਬਲ ਆ। ਉਹਨਾਂ ਨੂੰ ਉੱਥੇ ਵੀ ਉਸੇ ਕਿਸਮ ਦੇ ਘਸਿਆਰੇ ਬਣਾ ਕੇ ਰੱਖਿਆ ਜਾਂਦਾ, ਡਰਾ ਕੇ ਰੱਖਿਆ ਜਾਂਦਾ, ਮਿਸਯੂਜ਼ ਕੀਤਾ ਜਾਂਦਾ। ਇਸ ਕਰਕੇ ਉੱਥੇ ਵੀ ਉਹੋ ਹੀ ਸਿਸਟਮ ਜਿਸ ਤਰ੍ਹਾਂ ਬਾਹਰ ਦੀ ਬੁਰੀ ਹਾਲਤ ਹੈ, ਜੇਲ੍ਹਾਂ ਦੇ ਵੱਡੇ ਸੁਧਾਰ ਦੀ ਲੋੜ ਆ। ਜੇਲ੍ਹ ਦਾ ਮਤਲਬ ਇਹ ਨਹੀਂ ਕਿ ਜੇ ਕਿਸੇ ਨੇ ਗੁੱਸੇ 'ਚ ਆ ਕੇ ਕਿਸੇ ਨੂੰ ਮਰਡਰ ਕਰਤਾ, ਹੁਣ ਉਹਦੀ ਮਾਨਸਿਕ ਉਸਨੂੰ ਵਾਕਿਆ ਹੀ ਸਾਈਕੈਟ੍ਰਿਕ ਦੀ ਲੋੜ ਆ, ਨਾ ਕਿ ਜੇਲ੍ਹ 'ਚ ਤੁਸੀਂ 20 ਸਾਲ ਉਮਰ ਉਹਨੂੰ ਕਰ ਦਿਓ ਫਿਰ ਉਹ ਸੁਧਰ ਜਾਊਗਾ। ਉਹ ਤੇ ਖਤਮ ਹੋ ਗਿਆ। ਸਾਡਾ ਦੇਸ਼ ਦਾ ਨਾ ਕਿ ਸੁਧਰਨ ਨਹੀਂ ਦਿੰਦੇ ਕਈ ਕੈਦੀ, ਬਾਅਦ ਵਿੱਚ ਬਾਹਰ ਆ ਕੇ ਇਹੀ ਕਹਿੰਦੇ ਨੇ ਜਿਵੇਂ ਕਿ ਅਸੀਂ ਦਲਦਲ ਦੇ ਵਿੱਚ ਵੜ ਗਏ ਆ, ਸਾਡਾ ਬਾਹਰ ਨਿਕਲਣਾ ਮੁਸ਼ਕਲ ਹੈ। ਕਈ ਪੁਲਿਸ ਮੁਲਾਜ਼ਮ ਜਿਹੜੀਆਂ ਕਾਲੀਆਂ ਭੇਡਾਂ ਦੀ ਆਪਾਂ ਗੱਲ ਕਰਦੇ ਨੇ, ਉਹੀ ਨਹੀਂ ਸੁਧਰਨ ਦਿੰਦੇ ਉਹਨਾਂ ਨੂੰ। ਨਹੀਂ, ਦੇਖੋ ਮੇਰਾ ਮਤਲਬ ਸਾਰੇ ਇੱਕੋ ਜਿਹੇ ਨਹੀਂ ਮੈਂ ਕਹਿੰਦਾ। ਕਈ ਕ੍ਰਿਮੀਨਲ ਮਾਈਂਡ ਵੀ ਹੋ ਸਕਦੇ ਆ, ਉਹਨਾਂ ਨੂੰ ਹੋ ਸਕਦਾ ਤੁਹਾਨੂੰ ਜੇਲ੍ਹ 'ਚ ਰੱਖਣਾ ਪਏ। ਜਿਹੜੇ ਉਹਨਾਂ ਦਾ ਮਾਈਂਡ ਦੀ ਸੈਟਿੰਗ ਹੈ ਕਿ ਬਾਹਰ ਆਉਣਗੇ ਤੇ ਉਹ ਕੁਛ ਨਾ ਕੁਛ ਕਰਨਗੇ, ਉਹ ਤੇ ਗੱਲ ਅਲੱਗ ਹੋ ਗਈ, ਉਹ ਤੇ ਸਾਈਕੈਟ੍ਰਿਕ ਡਾਕਟਰ ਜਿਵੇਂ ਕਹੂਗਾ। ਪਰ ਤੁਸੀਂ ਜਿਹੜੇ ਅੰਦਰ ਦਿੱਤੇ ਆ, ਉਹਨਾਂ ਦੇ 90% ਬੰਦੇ ਇਹੋ ਜਿਹੇ ਆ ਜਿਹੜੇ ਆਮ ਚੰਗਾ, ਪਹਿਲਾਂ ਨਾਲੋਂ ਵੀ ਚੰਗਾ ਜੀਵਨ ਜੀਣ ਲਈ ਤਿਆਰ ਵੀ ਹੈਗੇ ਆ, ਜੀ ਸਕਦੇ ਆ। ਉਹਨਾਂ ਦਾ ਜੀਵਨ ਕਾਹਨੂੰ ਤਬਾਹ ਕਰਦੇ ਆ ਤੁਸੀਂ?
ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਬਾਹਰ ਲਿਖਣ ਨਾਲ ਬੋਰਡ ਕੀਤਾ ਜਾ ਸਕਦਾ ਹੈ। ਇਹ ਵੀ ਰਾਜਨੀਤਿਕ ਡੇਟੇ ਨਿਊਜ਼ ਹੈ। ਉਹਨਾਂ ਦੀ ਰਾਜਨੀਤਿਕ ਤੌਰ ਤੇ ਕਿਸੇ ਨੇ ਫੈਸਲਾ ਕਰਤਾ ਵੀ ਇੰਨੇ ਕੁ ਬੰਦੇ ਕਰ ਦਿਓ ਕਿਉਂਕਿ ਅਸੀਂ ਨਸ਼ਿਆਂ ਦਾ 4 ਹਫ਼ਤਿਆਂ 'ਚ ਖਤਮ ਕਰਨੇ ਸੀ, ਇਸ ਕਰਕੇ ਤੱਕ ਦਿਓ। ਇਹੋ ਹੀ ਬਾਦਲਾਂ ਨੇ ਕੀਤਾ ਪਹਿਲਾਂ, ਇਹੋ ਹੀ ਅਮਰਿੰਦਰ ਨੇ ਕੀਤਾ, ਤੇ ਫਰਕ ਕੀ ਹੋਇਆ ਪਈ? ਇਸ ਕਰਕੇ ਨਸ਼ਾ ਉਸੇ ਤਰ੍ਹਾਂ ਦਾ ਭਾਵੇਂ ਤੁਸੀਂ ਆਨਲਾਈਨ ਲੈ ਲਓ। ਇਸ ਕਰਕੇ ਇਹ ਜਿਹੜੇ ਮਤਲਬ ਲੋਕਾਂ ਦੀ ਕਾਸਟ ਦੇ ਉੱਤੇ ਤੁਸੀਂ ਆਪਣੀ ਰਾਜਨੀਤੀ ਕਰ ਰਹੇ ਆ, ਉਹਨਾਂ ਦਾ ਨੁਕਸਾਨ ਕਰ ਰਹੇ ਆ। ਨਾ ਪੰਜਾਬ ਦਾ ਕੋਈ ਫਾਇਦਾ ਹੁੰਦਾ, ਨਾ ਕੋਈ ਕਾਨੂੰਨ ਦਾ ਫਾਇਦਾ ਹੁੰਦਾ, ਨਾ ਕੋਈ ਜੇਲ੍ਹਾਂ ਦਾ ਸੁਧਾਰ ਹੁੰਦਾ। ਇਹ ਕੁਝ ਨਿਕਲਦਾ ਨਹੀਂ ਹੈ। ਮੇਰਾ ਖਿਆਲ ਹੈ ਕਿ ਸਿਸਟਮ ਦੇ ਵਿੱਚ ਵੱਡੇ ਪੱਧਰ ਤੇ ਸੁਧਾਰ ਦੀ ਲੋੜ ਹੈ। ਸੁਖਵਿੰਦਰ ਜੀ ਬਿਲਕੁਲ ਇਕੱਲਾ ਪੁਲਿਸ ਦੇ ਉੱਤੇ ਜੇ ਅਸੀਂ ਉਂਗਲ ਚੁੱਕੀ ਜਾਈਏ ਤਾਂ ਗੱਲ ਇੱਥੇ ਵੀ ਮੈਂ ਸਮਝਦਾ ਕਿ ਵਾਜਬ ਨਹੀਂ ਹੋਵੇਗੀ, ਕਿਉਂਕਿ ਸਿਆਸੀਕਰਨ ਜਿਹੜਾ ਆ, ਸਿਆਸੀ ਲੀਡਰਾਂ 'ਚ ਵੀ ਸੁਧਾਰ ਦੀ ਲੋੜ ਹੈ। ਅਖੀਰ ਦੇ ਵਿੱਚ ਮੈਂ ਆਖਰੀ ਸਵਾਲ ਜਿਹੜਾ ਸ਼ਸ਼ੀਕਾਂਤ ਜੀ ਤੋਂ ਲੈ ਕੇ ਵਾਈਂਡ ਅਪ ਕਰਾਂਗਾ ਕਿ ਸ਼ਸ਼ੀਕਾਂਤ ਜੀ ਇਹ ਦੱਸੋ ਕਿ ਪੁਲਿਸ ਦੇ ਡੀਜੀਪੀ ਤੱਕ ਜਿਹੜੀਆਂ ਉਹ ਸਾਰੀਆਂ ਰਿਪੋਰਟਾਂ ਪਹੁੰਚਦੀਆਂ ਨੇ, ਸਭ ਕੁਝ ਉਹ ਦੇਖਦੇ ਨੇ ਕਿ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਕਿਉਂ ਨਹੀਂ ਇਸ ਉੱਤੇ ਕਦਮ ਚੁੱਕੇ ਜਾਂਦੇ ਕਿ ਪੁਲਿਸ ਦੀ ਮਾਨਸਿਕਤਾ ਨੂੰ ਸੁਧਾਰ ਲਿਆ ਜਾਵੇ? ਕਿਉਂ ਸਿਆਸੀ ਪੰਜੇ ਤੋਂ ਪੁਲਿਸ ਬਾਹਰ ਨਹੀਂ ਆਉਣਾ ਚਾਹੁੰਦੀ? ਦੇਖੋ ਜੀ, ਗੱਲ ਇਹਦੀ ਮੈਂ ਸਿਰਫ ਇੱਕ ਸੈਂਟੈਂਸ ਨੂੰ ਨਿਬੇੜ ਦਿਆਂਗਾ। ਇਸ ਹਮਾਮ ਦੇ ਵਿੱਚ ਸਾਰੇ ਨੰਗੇ ਹੈਗੇ ਨੇ। ਇਹ ਨਹੀਂ ਕਿ ਇਹਦੇ 'ਚ ਕੋਈ ਬਾਹਰ ਹੈਗਾ ਹੈ, ਚਾਹੇ ਕਿਸੇ ਵੀ ਲੈਵਲ ਦੀ ਗੱਲ ਹੋਏ। ਜੇ ਤੁਸੀਂ ਡੀਜੀਪੀ ਦੀ ਗੱਲ ਕਰਦੇ ਹੋ, ਉਹਨੂੰ ਸਾਰਿਆਂ ਨੂੰ ਜ਼ਿਆਦਾ ਕੀ ਚਾਹੀਦੀ ਹੈਗੀ? ਉਹ ਆਪਣੀ ਕੁਰਸੀ ਕਿਸ ਖੁਸ਼ਾਮਦ ਕਰਕੇ ਕਿਸ ਤਰੀਕੇ ਨਾਲ ਉਹਨੇ ਕੁਰਸੀ ਹਾਸਲ ਕੀਤੀ। ਤੁਸੀਂ ਸਮਝਦੇ ਹੋ ਕਿ ਡੀਜੀਪੀ ਦੀ ਕੁਰਸੀ ਕੋਈ ਮੈਰਿਟ ਤੇ ਮਿਲਦੀ ਹੈਗੀ ਹੈ? ਇਫ ਯੂ ਥਿੰਕ ਸੋ, ਯੂ ਆਰ ਲਿਵਿੰਗ, ਐਵਰੀਬਾਡੀ ਇਜ਼ ਲਿਵਿੰਗ ਇਨ ਫੂਲਸ ਪੈਰਾਡਾਈਜ਼। ਇਹ ਸਾਰਾ ਡਿਪੈਂਡ ਕਰਦਾ ਹੈ ਤੁਸੀਂ ਕਿੰਨੇ ਜਾ ਕਿਸੇ ਦੇ ਗੋਡੇ ਫੜੇ ਜਾਂ ਕਿਸੇ ਦੇ ਕਿਸ ਤਰ੍ਹਾਂ ਖੁਸ਼ ਕੀਤਾ, ਚਾਹੇ ਪੈਸੇ ਲੈ ਕੇ, ਚਾਹੇ ਪੈਸੇ ਦੇ ਕਰਕੇ, ਚਾਹੇ ਇਸ ਤਰੀਕੇ ਨਾਲ, ਚਾਹੇ ਉਸ ਤਰੀਕੇ ਦੇ ਨਾਲ। ਤੇ ਤੁਸੀਂ ਇਹ ਸਵਾਲ ਜਿਹੜਾ ਕੀਤਾ, ਜਵਾਬ ਮੈਂ ਸਿਰਫ ਇੱਕ ਸੈਂਟੈਂਸ ਦੇ ਦਿੱਤਾ। ਇੱਕ ਇਸ ਤਰ੍ਹਾਂ ਦਾ ਹਮਾਮ ਹੈਗਾ ਜਿਹਦੇ ਸਾਰੇ ਨੰਗੇ ਹੈਗੇ ਨੇ। ਡੀਜੀਪੀ ਸਾਹਿਬ ਅਖੀਰ 'ਚ ਇਹ ਵੀ ਦੱਸਦੇ ਜਾਇਓ ਕਿਤੇ, ਕਿਉਂਕਿ ਲੋਕ ਜਿਹੜੇ ਸੁਣ ਰਹੇ ਨੇ ਉਹ ਵੀ ਸਵਾਲ ਚੁੱਕਣਗੇ ਕਿ ਤੁਸੀਂ ਡੀਜੀਪੀ ਕਿੱਦਾਂ ਬਣੇ। ਤੁਸੀਂ ਦੱਸ ਦਿਓ ਤਾਂ ਕਿ ਲੋਕਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਕਿ ਇੱਕ ਇਮਾਨਦਾਰ ਤੇ ਦੂਸਰੇ ਡੀਜੀਪੀ ਜਿਨ੍ਹਾਂ ਦਾ ਤੁਸੀਂ ਸਵਾਲ ਚੁੱਕਦੇ ਹੋ ਕਿ ਕਿੱਦਾਂ ਬਣਦੇ ਨੇ। ਕਾਕਾ ਜੀ, ਮੈਂ ਕਦੇ ਡੀਜੀਪੀ ਬਣਿਆ ਹੀ ਨਹੀਂ। ਤੁਸੀਂ ਸਮਝਦੇ ਹੋ ਕਿ ਡੀਜੀਪੀ ਪ੍ਰੈਜ਼ੈਂਸ ਜਾਂ ਫਿਰ ਡੀਜੀਪੀ ਦਿਸ ਹੋਮਗਾਰਡ ਜਿਹੜਾ ਹੈਗਾ ਕੋਈ ਡੀਜੀਪੀ ਹੁੰਦਾ ਹੈ? ਡੀਜੀਪੀ ਤੇ ਇੱਕ ਪਿਰਾਮਿਡ ਸਟਰਕਚਰ ਹੈਗਾ ਪੁਲਿਸ ਦਾ, ਜਿਹਦੇ ਟੌਪ ਦੇ ਉੱਤੇ ਡੀਜੀਪੀ ਹੁੰਦਾ, ਜਿਸ ਤਰ੍ਹਾਂ ਕਿ ਆਈਐਸ ਵਗੈਰਾ ਟੌਪ ਦੇ ਵਿੱਚ ਚੀਫ ਸੈਕਟਰੀ ਹੁੰਦਾ। ਮੈਂ ਤਾਂ ਕਦੇ ਡੀਜੀਪੀ ਬਣਿਆ ਹੀ ਨਹੀਂ। ਮੈਂ ਤਾਂ ਸਾਰੀ ਜ਼ਿੰਦਗੀ ਆਪਣਾ ਹੈਗਾ ਖੁੱਡੇ ਲਾਈਨ ਹੀ ਰਿਹਾ। ਖੁੱਡੇ ਲਾਈਨ ਖੁਸ਼ ਹੈਗਾ। ਮੇਰੇ ਆਪਣੇ ਘਰ ਦਾ ਨਾਮ ਵੀ ਖੁੱਡਾ ਘਰ ਰੱਖ ਦਿੱਤਾ ਹੈਗਾ। ਬਸ ਨਾਮ ਦੀ ਡਿਊਟੀ ਨਿਭਾਉਂਦੇ ਰਹੇ। ਨਹੀਂ, ਇਹਨਾਂ ਨੇ ਗੱਲ ਕਹਿਤੀ ਕਿ ਡੀਜੀਪੀ ਰੈਂਕ ਮਿਲਦੇ ਨਾਲ ਡੀਜੀਪੀ ਦੀਆਂ ਜਿਹੜੀ ਸੱਤਾ ਹੁੰਦੀ ਉਹ ਨਹੀਂ ਮਿਲਦੀ ਹੈ। ਉਹ ਇੱਕੋ ਹੀ ਹੁੰਦਾ ਆ। ਬਾਕੀ ਦੇ ਤੇ ਰੈਂਕ ਦਿੱਤਾ ਆ, ਉਹ ਇੱਕ ਨੋਸ਼ਨਲ ਹੈਗਾ। ਉਹ ਇਹ ਗੱਲ ਕਹਿੰਦੇ। ਜੀ ਸ਼ੁਕਰੀਆ ਸਰ, ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸੋ ਸਾਰੀ ਇਸ ਡਿਸਕਸ਼ਨ ਦਾ ਅਖੀਰ ਇਹੀ ਨਿਕਲਦਾ ਹੈ ਕਿ ਸਿਆਸੀ ਪੰਜੇ ਚੋਂ ਪੁਲਿਸ ਨੂੰ ਬਾਹਰ ਆਉਣ ਦੇ ਲਈ ਪੁਲਿਸ ਨੂੰ ਆਪ ਮਸ਼ੱਕਤ ਕਰਨੀ ਪੈਣੀ ਹੈ। ਪਰ ਗੱਲ ਤਾਂ ਇਹ ਹੈ ਕਿ ਇਹ ਹਮਲਾ ਕੌਣ ਮਾਰੇਗਾ? ਕੌਣ ਇੰਨਾ ਇਮਾਨਦਾਰ ਹੈ ਜਿਹੜਾ ਅੱਗੇ ਆ ਕੇ ਪੂਰੀ ਪੁਲਿਸ ਦੀ ਅਗਵਾਈ ਕਰੇ ਤੇ ਸਾਰੇ ਅਧਿਕਾਰੀਆਂ ਦੇ ਉੱਤੇ ਸਵਾਲ ਨਾ ਚੁੱਕੇ ਜਾਣ? ਕਿਉਂਕਿ ਜਦੋਂ ਇੱਕ ਕੋਈ ਪੁਲਿਸ ਦਾ ਮੁਲਾਜ਼ਮ, ਚਾਹੇ ਸਿਪਾਹੀ ਹੋਵੇ, ਚਾਹੇ ਕੋਈ ਵੱਡਾ ਅਧਿਕਾਰੀ ਹੋਵੇ, ਜਦੋਂ ਫੜਿਆ ਜਾਂਦਾ ਹੈ ਤਾਂ ਵਰਦੀ ਦਾਗਦਾਰ ਹੁੰਦੀ ਹੈ। ਸਵਾਲ ਉੱਠਦੇ ਨੇ ਕਿ ਪੰਜਾਬ ਪੁਲਿਸ ਕਿੱਧਰ ਜਾ ਰਹੀ ਹੈ? ਲੋਕਾਂ ਦੇ ਨਾਲ ਜਦੋਂ ਧੱਕੇਸ਼ਾਹੀ ਹੁੰਦੀ ਹੈ, ਕਦੇ ਕਿਸੇ ਦੀ ਨੱਕ ਦੀ ਹੱਡੀ ਤੋੜ ਦਿੱਤੀ, ਕਦੇ ਕਿਸੇ ਦਾ ਸਮਾਨ ਚੁੱਕ ਕੇ ਲੈ ਗਏ, ਸਸਪੈਂਸ਼ਨ ਹੋ ਗਈ, ਬਸ ਕਾਰਵਾਈ ਲੋਕਾਂ ਨੂੰ ਦਿਖਾ ਦਿੱਤੀ ਜਾਂਦੀ ਹੈ। ਬਿਆਨਾਂ ਵਿੱਚ ਲੱਗ ਜਾਂਦਾ ਹੈ ਕਿ ਕਾਰਵਾਈ ਹੋ ਰਹੀ ਹੈ, ਡਿਪਾਰਟਮੈਂਟਲ ਇਨਕੁਆਇਰੀ ਹੋ ਰਹੀ ਹੈ, ਪਰ ਨਤੀਜਾ ਜਿਹੜਾ ਉਹ ਸਿਫਰ ਹੁੰਦਾ ਹੈ। ਕਿਸੇ ਮਾਮਲੇ ਦੇ ਵਿੱਚ ਸਾਹਮਣੇ ਆ ਜਾਂਦਾ ਹੈ। ਕਿਸੇ ਮਾਮਲੇ ਵਿੱਚ ਤੁਸੀਂ ਦੇਖਦੇ ਹੋ ਕਿ ਪੁਲਿਸ ਥਾਣਿਆਂ ਦੇ ਵਿੱਚ ਲੋਕਾਂ ਨੂੰ ਨੰਗੇ ਵੀ ਕਰ ਦਿੰਦੀ ਹੈ, ਵੀਡੀਓਜ਼ ਵਾਇਰਲ ਹੁੰਦੀਆਂ, ਤਾਂ ਕਿਤੇ ਜਾ ਕੇ ਪੁਲਿਸ ਜਿਹੜਾ ਉਹ ਸਵਾਲਾਂ 'ਚ ਘਿਰਦੀ ਹੈ ਤੇ ਸਿਰਫ ਸਵਾਲਾਂ ਵਿੱਚ ਰਹਿ ਜਾਂਦੀ ਹੈ। ਕਿਸੇ ਤਣਪੱਤਣ ਕੋਈ ਮਾਮਲਾ ਨਹੀਂ ਲੱਗਦਾ। ਕਿਉਂ ਬਚਾਇਆ ਜਾਂਦਾ ਪੁਲਿਸ ਨੂੰ? ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਪੁਲਿਸ ਵਿੱਚ ਸੁਧਾਰ ਕਿਸ ਤਰ੍ਹਾਂ ਹੋ ਸਕਦਾ ਹੈ? ਤੁਸੀਂ ਆਪਣੇ ਵਿਚਾਰ ਜਿਹੜੇ ਕਮੈਂਟ ਕਰਕੇ ਲਿਖ ਸਕਦੇ ਹੋ। ਅਸੀਂ ਅੱਗੋਂ ਵੀ ਪੁਲਿਸ ਵਿੱਚ ਸੁਧਾਰ ਨੂੰ ਲੈ ਕੇ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਤੁਸੀਂ ਇੱਥੇ ਇਜਾਜ਼ਤ ਦਿਓ। D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।